ਸਮਪਈ ਜੀ। ਹਰ ਦਰਸ਼ਨ ਦੇਖੋ ਅਪਾਰਾ, ਹਉ ਬਿਸਮ ਭਈ ਜੀ। ਹਰ ਦਰਸ਼ਨ ਦੇਖ ਅਪਾਰਾ, ਮੇਰਾ ਸੁੰਦਰ ਸੁਆਮੀ ਜੀ। ਮੇਰਾ ਸੁੰਦਰ ਸੁਆਮੀ ਜੀ, ਹਉ ਚਰਨ ਕਮਲ ਪਗ ਸਾਰਾ। ਪ੍ਰਭ ਪੇਖਤ ਜੀਵਾ ਠੰਡੀ ਥੀਵਾ, ਤਿਸ ਜੀਵ ਡੋਬਰ ਨ ਕੋਈ। ਆਦ ਅੰਤ ਮਦ ਪ੍ਰਭ ਰਵਿਆ, ਜਲ ਥਲ ਮਹੀਅਲ ਸੋਈ। ਚਰਨ ਕਮਲ ਜਪ ਸਾਗਰ ਤਰਿਆ, ਪਬ ਜਲ ਉਤਰੇ ਪਾਰਾ। ਨਾਨਕ ਸ਼ਰਨ ਪੂਰਨ ਪਰਮੇਸ਼ਰ, ਤੇਰਾ ਅੰਤ ਨਾਮ ਪਾਰਾ ਵਾਰਾ। ਨਾਨਕ ਸ਼ਰਨ ਪੂਰਨ ਪਰਮੇਸ਼ਰ, ਤੇਰਾ ਅੰਤ ਨਾ ਪਾਰਾ ਵਾਰਾ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਈਮਾਨ ਗੁਰੂ ਪਿਆਰਿਓ, ਆਪ ਬੜੇ ਸਤਿਕਾਰਯੋਗ ਧੰਨਤਾ ਦੇ ਯੋਗ ਹੋ, ਵੱਡੇ ਭਾਗ ਨੇ। ਸਾਹਿਬਾਂ ਦੇ ਮੁਬਾਰਕ ਚਰਨਾਂ ਦਾ ਨਿੱਘ ਮਾਣ ਰਹੇ ਹੋ। ਆਓ ਗੁਰਫਤਿਹ ਦੀ ਸਾਂਝ ਪਾਈਏ, ਗੁਰਬਾਣੀ ਸ਼ਬਦ ਵਿਚਾਰ ਸਮਝਣ ਦੀ ਕੋਸ਼ਿਸ਼ ਕਰੀਏ। ਇੱਕੇ ਵਾਰ ਕਹਿਣ ਤੇ ਬੋਲਣਾ ਜੀ। ਸਭ ਨੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਪਾਂ ਕੱਲ ਸ਼ਬਦ ਪੜ੍ਹਿਆ ਸੀ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌਰਾ। ਉਸ ਸ਼ਬਦ ਦਾ ਅਗਲਾ ਬੰਦ, ਅਗਲਾ ਹਿੱਸਾ ਜੋ ਆਪਾਂ ਹੁਣ ਪੜ੍ਹਿਆ ਹੈ, ਇਸ ਦੇ ਵਿੱਚ ਗੁਰੂ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਆਪਾਂ ਗੁਰੂ ਦੀ ਗੱਲ ਸਾਰੇ ਸੁਣਨ ਵਾਸਤੇ ਪਹੁੰਚੇ ਹਾਂ ਤੇ ਗੁਰੂ ਦੀ ਗੱਲ ਸੁਣਨੀ ਹੈ। ਗੁਰੂ ਦੀ ਗੱਲ ਸੁਣਨਾ, ਮਤ ਵਿੱਚੋਂ ਜਵਾਹਰ ਮੋਤੀ ਚੁਗਣੇ। ਗੁਰੂ ਦੀ ਗੱਲ ਨੂੰ ਮੰਨਣਾ, ਉਹਨਾਂ ਮੋਤੀਆਂ ਨੂੰ ਹਜਮ ਕਰ ਲੈਣਾ। ਭੋਜਨ ਹਜਮ ਹੋ ਜਾਵੇ, ਆਪਾਂ ਨੂੰ ਪਤਾ ਹੈ ਸਾਡੇ ਸਰੀਰ ਦੀ ਤਾਕਤ ਬਣ ਜਾਂਦਾ। ਹਜਮ ਨਾ ਹੋਵੇ ਤਾਂ ਉਹ ਪਹਿਲਾਂ ਵਾਲੇ ਭੋਜਨ ਨੂੰ ਵੀ ਬਾਹਰ ਕੱਢ ਦਿੰਦਾ ਹੈ।
ਇਵੇਂ ਜਿਵੇਂ ਗੁਰੂ ਦਾ ਸ਼ਬਦ ਹੈ, ਗੁਰੂ ਦੇ ਸ਼ਬਦ ਦੇ ਨਜ਼ਦੀਕ ਆਪਾਂ ਪਹੁੰਚੇ ਹਾਂ। ਕੰਨਾਂ ਰਾਹੀਂ ਸੁਣ ਕੇ, ਸਮਝ ਕੇ ਇਹ ਕਿਰਿਆ ਭੋਜਨ ਛਕਣ ਦੀ ਆ। ਸਮਝਣ ਤੋਂ ਬਾਅਦ ਮੰਨ ਲਿਆ, ਜ਼ਿੰਦਗੀ 'ਚ ਕਮਾ ਲਿਆ, ਇਹ ਹਜ਼ਮ ਕਰਨ ਦੀ ਆ। ਫਿਰ ਗੁਰੂ ਸਾਹਿਬ ਜੀ ਨੇ ਇਹ ਜੋ ਸ਼ਬਦ ਆਪਾਂ ਨੂੰ ਬਖਸ਼ਿਆ, ਇਹਦੇ ਵਿੱਚ ਸਾਨੂੰ ਦੱਸਿਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਰੰਗ ਰੂਪ ਕਿਹੋ ਜਿਹਾ ਹੈ। ਵੈਸੇ ਆਪਾਂ ਇਸ ਗੱਲ ਨੂੰ ਜਾਣਦੇ ਹਾਂ ਵੀ ਪਰਮਾਤਮਾ ਦਾ ਕੋਈ ਆਕਾਰ ਨਹੀਂ ਹੈ, ਕੋਈ ਕਿਸੇ ਤਰ੍ਹਾਂ ਦਾ ਸਪੈਸ਼ਲ ਇੱਕ ਰੰਗ ਨਹੀਂ ਹੈ। ਉਹ ਤਾਂ ਕੀ ਹੈ, ਚੱਕਰ ਚਿਹਨ ਅਰ ਵਰਨ ਜਾਤ ਔਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨਾ ਸਕਤ ਕਿਹ, ਅਚਲ ਮੂਰਤ ਅਨਭਉ ਪ੍ਰਕਾਸ਼। ਉਹ ਤਾਂ ਆ ਹਸਤੀ ਆ, ਅਚਲ ਮੂਰਤ, ਆਪਣੇ ਆਪ ਤੋਂ ਪ੍ਰਕਾਸ਼ ਹੋਇਆ, ਅਨਭਉ ਪ੍ਰਕਾਸ਼। ਅਮਤੋਜ ਕਹੀਜੈ। ਸਤਿਗੁਰੂ ਪਾਤਸ਼ਾਹ ਨੇ ਫਿਰ ਇੱਥੇ ਉਸ ਪਰਮਾਤਮਾ ਦਾ ਥੋੜਾ ਜਿਹਾ ਨਕਸ਼ਾ ਬਣਾ ਕੇ ਪੇਸ਼ ਕੀਤਾ। ਕੱਲ ਆਪਾਂ ਸੁਣਿਆ ਸੀ ਮੇਰਾ ਪਰਮਾਤਮਾ ਸੱਜਣ ਹੈ। ਅਸੀਂ ਪੁੱਛ ਲਿਆ ਵੀ ਕਿਹੋ ਜਿਹਾ ਸੱਜਣ ਹੈ, ਗੁਰੂ ਸਾਹਿਬ ਨੇ ਦੱਸ ਦਿੱਤਾ ਉਹਦੇ 'ਚ ਆਹ ਗੁਣ ਨੇ। ਇਹ ਗੁਣ ਹੀ ਪਰਮਾਤਮਾ ਦੀ ਸੁੰਦਰਤਾ ਦਾ ਨਕਸ਼ਾ ਨੇ। ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ, ਹਉ ਬਿਸਮ ਭਈ। ਹਉ ਤੋਂ ਭਾਵ ਮੈਂ, ਬਿਸਮ ਤੋਂ ਭਾਵ ਹੈਰਾਨ ਹੋਣਾ। ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ। ਮੈਂ ਹੈਰਾਨ ਹੋ ਗਈ ਉਸ ਪਰਮਾਤਮਾ ਦੇ ਹਰੀ ਦੇ ਦਰਸ਼ਨ ਕਰਕੇ। ਉਦਾਹਰਨ ਮੰਨ ਲਵੋ ਵੀ ਆਪਾਂ ਨੂੰ ਕੋਈ ਅਤੀ ਸੁੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਦਾਰਥ ਮਿਲੇ, ਸੌਖਾ ਕਰ ਲਓ ਵੀ ਆਪਣਾ ਦੁਨੀਆ ਦੇ ਵਿੱਚ ਵਾਹ ਵਾਸਤਾ ਪੈਂਦਾ ਵੀ ਆਪਾਂ ਨੂੰ ਅਤੀ ਸੁੰਦਰ ਸੋਹਣਾ ਕੋਈ ਸਾਡਾ ਵੀਰ ਭੈਣ ਭਰਾ ਟੱਕਰਿਆ, ਮਿਲਿਆ ਪਹਿਲੀ ਵਾਰ, ਜਾਂ ਅਸੀਂ ਸਫ਼ਰ ਦੇ ਵਿੱਚ ਜਾ ਰਹੇ ਹਾਂ ਤੇ ਸਾਨੂੰ ਕੋਈ ਅਤੀ ਸੁੰਦਰ ਭੈਣ ਵੀਰ ਮਿਲੇ ਤੇ ਉਹਦੇ ਨਕਸ਼ੇ ਨੂੰ ਵੇਖ ਕੇ, ਉਹਦੇ ਚਿਹਰੇ ਨੂੰ ਵੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ। ਕਿਉਂ? ਇਸ ਕਰਕੇ ਵੀ ਵਾਹ ਜੀ ਵਾਹ, ਪਰਮਾਤਮਾ ਸਦਕੇ ਜਾਈਏ ਤੇ ਇੱਥੋਂ ਬਲਹਾਰ ਜਾਈਏ, ਤੂੰ ਇਸ ਨਕਸ਼ੇ ਨੂੰ ਕਿੰਨਾ ਸੋਹਣਾ ਬਣਾਇਆ। ਸਾਡੇ ਮਨ ਨੂੰ ਉਸ ਸ਼ਕਲ ਨੇ ਮੋਹ ਲਿਆ, ਟੁੰਬ ਲਿਆ, ਟੱਚ ਹੋ ਗਈ ਸੁਰਤ ਦੇ ਨਾਲ, ਸਾਡੇ ਦਿਮਾਗ ਦੇ ਨਾਲ। ਫਿਰ ਦਿਮਾਗ ਦੇ ਵਿੱਚ ਰੌਲਾ ਪੈਣਾ ਸ਼ੁਰੂ ਹੋ ਜਾਂਦਾ। ਜਿਹੜਾ ਰੌਲਾ ਨਾ ਉਹੀ ਹੈਰਾਨੀ ਆ। ਬਿਸਮ ਹੈਰਾਨਗੀ। ਇਵੇਂ ਜਿਵੇਂ ਬਸ ਉਹ ਪਰਮਾਤਮਾ ਬਹੁਤ ਸੋਹਣਾ, ਬੜਾ ਹੀ ਸੁੰਦਰ ਆ, ਪਰ ਉਹਦਾ ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਆਕਾਰ ਨਹੀਂ, ਕੋਈ ਕਿਸੇ ਤਰ੍ਹਾਂ ਦਾ ਸਰੀਰ ਨਹੀਂ ਹੈ। ਅੱਛਾ, ਜੇ ਉਹ ਪਰਮਾਤਮਾ ਇੰਨਾ ਸੋਹਣਾ ਗਾ, ਉਹਦਾ ਰੰਗ ਰੂਪ ਕੋਈ ਹੈ ਹੀ ਨਹੀਂਗਾ, ਫਿਰ ਉਹਦੇ ਸੁਹੱਪਣ ਦਾ ਕੀ ਪਤਾ ਲੱਗਿਆ? ਆਪਾਂ ਤਾਂ ਉਹ ਚੀਜ਼ ਵੇਖ ਕੇ ਖੁਸ਼ ਹੋਏ ਆ ਨਾ, ਅੰਦਰੋਂ ਹੈਰਾਨ ਹੋਏ ਆ, ਜੋ ਸਾਨੂੰ ਸਨਮੁਖ ਨਜ਼ਰ ਆ ਗਈ, ਦਿਸ ਗਈ। ਪਰ ਇੱਥੇ ਪਰਮਾਤਮਾ ਨਜ਼ਰ ਕੋਈ ਨਹੀਂ, ਪਰ ਉਹ ਸੋਹਣਾ ਬੜਾ ਗਾ। ਫਿਰ ਗੁਰੂ ਸਾਹਿਬ ਨੇ ਉਹਦੀ ਸੁੰਦਰਤਾ ਬਾਰੇ ਕੱਲ ਸਾਨੂੰ ਦੱਸਤਾ ਸੀ, ਇਸ ਕਰਕੇ ਅਸੀਂ ਹੈਰਾਨ ਆ। ਉਹਦੇ 'ਚ ਗੁਣ ਨੇ, ਉਹ ਹਰ ਟਾਈਮ ਨਾਲ ਰਹਿੰਦਾ ਗੁਣ। ਆਪਾਂ ਨੂੰ ਪਤਾ ਨਾ ਵੀ ਸਿਆਣੇ ਲੋਕ, ਦਾਨੇ ਲੋਕ, ਦਾਨੇ ਤੋਂ ਭਾਵ ਸਿਆਣੇ। ਜਿਹੜੇ ਸਿਆਣੇ ਲੋਕ ਆ ਨਾ, ਆਪਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਵੀ ਉਹ ਗੁਣਾਂ ਨੂੰ ਮਾਨਤਾ ਦਿੰਦੇ ਆ, ਸ਼ਕਲ ਨੂੰ ਮਾਨਤਾ ਨਹੀਂ, ਅਕਲ ਨੂੰ ਮਾਨਤਾ ਦਿੰਦੇ ਆ। ਜੇ ਅਕਲ ਹੀ ਨਹੀਂ ਹੈ ਤਾਂ ਸ਼ਕਲ ਵੀ ਕਿਸ ਕੰਮ ਆ। ਮਤਲਬ
ਉਹ ਸਰੀਰਾਂ ਨੂੰ ਮਾਨਤਾ ਨਹੀਂ ਦਿੰਦੇ, ਉਹ ਸਰੀਰਾਂ ਦੇ ਵਿੱਚ ਛੁਪੀ ਹੋਈ ਸਿਆਣਪ ਨੂੰ ਮਾਨਤਾ ਦਿੰਦੇ ਆ। ਹੁਣ ਆਪਾਂ ਸੌਖਾ ਸਮਝ ਗਏ, ਸਾਡਾ ਰੱਬ ਦੇ ਸਰੀਰ ਨਾਲ ਕੋਈ ਮਤਲਬ ਨਹੀਂ, ਉਹਦਾ ਸਰੀਰ ਕਿਹੋ ਜਿਹਾ ਨਹੀਂ ਹੈ, ਪਰ ਉਹਦੇ ਗੁਣ, ਉਹਦੇ ਸੁਹੱਪਣ ਦੀ ਖੁਸ਼ਬੂ ਬਣ ਰਹੇ ਨੇ। ਉਹਦੇ ਗੁਣ ਕੀ ਨੇ? ਉਹਦੇ ਗੁਣ ਆਪਾਂ ਸਾਰੇ ਵੇਖ ਰਹੇ ਹਾਂ। ਕੁਦਰਤ ਦੇ ਵਿੱਚ ਉਹ ਪਰਮਾਤਮਾ ਵਸਿਆ ਹੋਇਆ ਹੈਗਾ। ਕੁਦਰਤ ਕੀ ਹੈ ਜੋ ਆਪਾਂ ਵੇਖ ਰਹੇ ਹਾਂ? ਨਿਰਗੁਣ ਤੇ ਸਰਗੁਣ ਸਵਰੂਪ। ਉਹ ਦੋ ਰੂਪਾਂ ਦੇ ਵਿੱਚ ਹੀ ਹੈ ਨਾ, ਭਾਵ ਸਰਗੁਣ ਤੇ ਨਿਰਗੁਣ, ਦਿਖਦਾ ਤੇ ਅਣਦਿਖਦਾ ਰੂਪ। ਹੁਣ ਜੇ ਉਹ ਪਰਮਾਤਮਾ ਇਦਾਂ ਅਣਦਿਖਦੇ ਰੂਪ 'ਚ ਹੈ ਤਾਂ ਉਹਦੇ ਸੁੰਦਰਤਾ ਬਾਰੇ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਉਹ ਅਤੀ ਸੁੰਦਰ ਹੈ? ਫਿਰ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾ ਦਿੱਤਾ, ਉਹ ਪਰਮਾਤਮਾ ਇਹ ਕੁਦਰਤ ਦੇ ਪਸਾਰੇ ਵਿੱਚ ਹੈ। ਕੱਲੀ ਕੱਲੀ ਗੱਲ ਵੱਲ ਤੂੰ ਗੌਰ ਕਰਕੇ ਵੇਖ। ਚਲੋ ਗੁਰੂ ਕਿਰਪਾ ਕਰੇ, ਆਪਾਂ ਪਰਮਾਤਮਾ ਦੇ ਬਣਾਏ ਹੋਏ ਇਹ ਕੁਦਰਤ ਦੇ ਕ੍ਰਿਸ਼ਮੇ ਵੱਲ ਥੋੜੀ ਜੀ ਆਪਣੀ ਨਿਗਾਹ ਮਾਰ ਕੇ ਵੇਖਾਂਗੇ। ਵੈਸੇ ਆਪਾਂ ਰੋਜ਼ ਵੇਖਦੇ ਆ, ਆ ਕੁਦਰਤੀ ਆ ਜੋ ਵੇਖ ਰਹੇ ਆ। ਦਿਨ ਚੜ ਰਿਹਾ, ਪੌ ਫਟਾਲਾ ਹੋ ਰਿਹਾ, ਇਹ ਕੀ ਆ? ਕੁਦਰਤ ਆ। ਰਾਤ ਚਲੀ ਜਾ ਰਹੀ ਆ ਤੇ ਸੂਰਜ ਆਉਣ ਦੀ ਤਿਆਰੀ ਵਿੱਚ ਆ। ਇਹਦੇ ਪਿੱਛੇ ਕਿਹਦਾ ਹੱਥ ਆ? ਇੰਨਾ ਸੋਹਣਾ ਕੰਮ ਕੌਣ ਕਰ ਰਿਹਾ ਹੈਗਾ? ਇਹ ਜਿਹਨੂੰ ਆਪਾਂ ਨਵੀਂ ਸਵੇਰ ਕਹਿ ਦਿੰਦੇ ਆ। ਇੰਨਾ ਵਧੀਆ ਕੰਮ ਕੌਣ ਕਰ ਰਿਹਾ? ਇਹ ਕਰ ਰਿਹਾ ਪਰਮਾਤਮਾ। ਫਿਰ ਦਿਨ ਦੇ ਵਿੱਚ ਕਿੰਨਾ ਕੁਝ ਵੇਖਣ ਨੂੰ ਮਿਲਦਾ ਹੈਗਾ। ਬਨਸਪਤੀ, ਪਸ਼ੂ, ਪੰਛੀਆਂ ਵੱਲ ਆਪਾਂ ਨਿਗਾਹ ਮਾਰਨੀ ਹੈ ਨਾ। ਧਰਤੀ ਆ, ਉਹ ਵੀ ਕੁਝ ਸੁਨੇਹਾ ਦੇ ਰਹੀ ਆ। ਆਕਾਸ਼, ਉਹ ਵੀ ਕੁਝ ਸੁਨੇਹਾ ਦੇ ਰਿਹਾ ਹੈਗਾ। ਉਹ ਰੱਬ ਜੀ ਦੇ ਗੁਣ, ਉਹਨੇ ਸਾਰਾ ਕੁਝ ਬਣਾਇਆ ਨਾ, ਤਾਂ ਹੀ ਕਰਕੇ ਉਹਦੇ ਗੁਣ ਨੇ ਇਹ। ਕਹਿਣ ਤੋਂ ਮੁਰਾਦ ਵੀ ਜੋ ਕੁਦਰਤ ਦਾ ਪਸਾਰਾ, ਕੁਦਰਤ ਦਾ ਕ੍ਰਿਸ਼ਮਾ, ਇਹਨੂੰ ਆਪਾਂ ਵੇਖ ਕੇ ਖੁਸ਼ ਹੋਣਾ, ਹੈਰਾਨ ਹੋਣਾ ਵੀ ਬੱਲੇ ਬੱਲੇ ਪਰਮਾਤਮਾ ਤੂੰ ਇੰਨਾ ਸੋਹਣਾ ਗਾ, ਇੰਨੇ ਚੰਗੇ ਕੰਮ ਕਰਦਾ, ਸਿਆਣੇ ਕੰਮ ਕਰਦਾ। ਪਰਿਵਾਰ 'ਚ ਨਿਗਾਹ ਮਾਰ ਲਓ, ਬਹੁਤੀ ਦੂਰ ਨਾ ਜਾਓ। ਚਲੋ ਆਪਾਂ ਇਸ ਗੱਲ ਨਾਲ ਬਹੁਤ ਵਾਰੀ ਵਿਚਾਰ ਕੀਤੀ ਆ। ਹੁਣ ਅੱਗੇ ਗੱਲ ਕੀ ਆ ਵੀ ਸਾਡੇ ਸਰੀਰ ਨੂੰ ਉਸ ਪਰਮਾਤਮਾ ਨੇ ਜਿਹੜਾ ਅਣਦਿਖਦੇ ਰੂਪ 'ਚ, ਜਿਹੜਾ ਅਣਦਿਖਦੇ ਰੂਪ 'ਚ ਆ ਨਾ, ਉਸ ਵਾਹਿਗੁਰੂ ਜੀ ਨੇ, ਪਰਮਾਤਮਾ ਜੀ ਨੇ ਸਾਡੇ ਸਰੀਰ ਨੂੰ ਕੁਝ ਮਟੀਰੀਅਲ ਆਪਣੇ ਵੱਲੋਂ ਤਿਆਰ ਕਰਕੇ ਲਾ ਦਿੱਤਾ। ਇਹ ਮਟੀਰੀਅਲ ਸਰੀਰ ਨੂੰ ਜਿਹੜਾ ਨਾ, ਉਹ ਬੰਦੇ ਨੇ ਤਿਆਰ ਨਹੀਂ ਕੀਤਾ, ਉਹ ਪਰਮਾਤਮਾ ਨੇ ਆਪ ਹੀ ਤਿਆਰ ਕੀਤਾ ਗਾ। ਬਸ ਇਹ ਸਰੀਰ ਵੱਲ ਨਿਗਾਹ ਮਾਰ ਕੇ ਆਪਾਂ ਆਪਣੇ ਗੁਰੂ ਦੇ, ਪਰਮਾਤਮਾ ਦੇ ਦੀਦਾਰ ਕਰਨੇ ਨੇ। ਤਾਈਓ ਗੁਰੂ ਸਾਹਿਬ ਨੇ ਲਿਖਿਆ ਨਾ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਂ ਹੀ ਸੰਗ ਸਮਾਈ। ਸਰਬ ਨਿਵਾਸੀ, ਸਾਰਿਆਂ ਵਿੱਚੋਂ ਵਾਹਿਗੁਰੂ ਪਰਮਾਤਮਾ ਵਸ ਰਿਹਾ। ਸਦਾ ਅਲੇਪਾ, ਤੋਂ ਹੀ ਸਾਡੇ ਵਿੱਚ ਸੰਗ ਸਮਾਈ। ਚਲੋ ਕਹਿਣ ਤੋਂ ਮੁਰਾਦ ਫਿਰ ਉਹ ਪਰਮਾਤਮਾ ਨੇ ਕੱਲੇ ਕੱਲੇ ਤੱਤ ਦਾ ਨਾਂ ਸਾਨੂੰ ਦੱਸ ਦਿੱਤਾ। ਉਹਨੇ ਪਰਮਾਤਮਾ ਨੇ ਆਪ ਹੀ ਤੱਤਾਂ ਦਾ ਨਾਂ ਰੱਖਿਆ। ਮਿੱਟੀ ਆ, ਪਾਣੀ ਆ, ਹਵਾ, ਅੱਗ ਆ, ਆਕਾਸ਼। ਹੁਣ ਆਪਾਂ ਆਪਣੇ ਸਰੀਰ ਵੱਲ ਨਿਗਾਹ ਮਾਰਨੀ ਆ, ਕਿਉਂਕਿ ਅੱਜ ਦਾ ਜਿਹੜਾ ਪਾਵਨ ਸ਼ਬਦ, ਮੇਰਾ ਸੁੰਦਰ ਸੁਆਮੀ ਜੀ ਹੋਂ ਚਰਨ ਕਮਲ ਪਗ ਛਾਰਾ, ਮੇਰਾ ਪਰਮਾਤਮਾ ਬੜਾ ਸੁੰਦਰ ਹੈ। ਸੁੰਦਰ ਕਿਸ ਤਰ੍ਹਾਂ? ਆ ਸਰੀਰਾਂ ਵਿੱਚ ਰਹਿੰਦਿਆਂ ਹੋਇਆ। ਜੇ ਸਰੀਰ ਸੁੰਦਰ ਆ ਤਾਂ ਰੱਬ ਸੁੰਦਰ ਹੈ। ਪੌਦਾ ਫੁੱਲ ਸੁੰਦਰ ਆ ਨਾ, ਰੱਬ ਸੁੰਦਰ ਹੈ। ਬੂਟੇ ਦਾ ਫਲ ਮਿੱਠਾ ਹੈ ਤਾਂ ਰੱਬ ਮਿੱਠਾ ਹੈ। ਮਾਈ ਚਰਨ ਗੁਰ ਮੀਠੇ। ਇਕੱਲੇ ਬੰਦੇ ਦੇ ਚਰਨਾਂ ਦੀ ਗੱਲ ਨਹੀਂ ਕੀਤੀ, ਇੱਥੇ ਕਿੰਨੀਆਂ ਉਦਾਹਰਨਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ। ਹੁਣ ਇੱਥੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕੀ ਕਰਦੇ ਨੇ? ਮਿੱਟੀ ਆ ਜਿਹੜੀ, ਉਹਦੇ ਵੱਲ ਨਿਗਾਹ ਮਾਰ ਕੇ ਵੇਖ, ਸਾਡਾ ਜਿਹੜਾ ਅੰਦਰ ਦਾ ਹਜਮ ਕਰਨ ਵਾਲਾ ਜੀਵਨ ਆ ਨਾ, ਸੱਚ ਜਾਣਿਓ, ਗੁਰੂ ਸਾਹਿਬ ਨੇ ਦੱਸ ਦਿੱਤਾ ਵੀ ਜੇ ਤੂੰ ਹੈਰਾਨ ਹੋਣਾ, ਬਿਸ਼ਮਾਦ ਹੋਣਾ, ਪਰਮਾਤਮਾ ਨੂੰ ਸੁੰਦਰ ਸ਼ਕਲ ਦੇ ਵਿੱਚ ਵੇਖਣਾ ਚਾਹੁੰਦਾ ਤਾਂ ਤੈਨੂੰ ਇਦਾਂ ਨਿਗਾਹ ਮਾਰਨੀ ਪੈਣੀ ਆ। ਮਿੱਟੀ ਵਿੱਚ ਕਿੰਨੀ ਸਹਿਨਸ਼ੀਲਤਾ, ਉਹਦੇ ਵਿੱਚ ਜਰਨ ਸ਼ਕਤੀ ਆ। ਸਾਡਾ ਸਰੀਰ ਵੀ ਮਿੱਟੀ ਦਾ ਬਣਿਆ। ਆਪਾਂ ਸੁੰਦਰ ਪਰਮਾਤਮਾ ਦੀ ਗੱਲ ਕਰਨੀ ਨਾ, ਨਿਗਾਹ ਮਾਰਨੀ ਆ ਕਿ ਸਾਡਾ
ਸੁੰਦਰ ਸਰੀਰ ਜੋ ਮਿੱਟੀ ਤੋਂ ਬਣਿਆ, ਕਿ ਇਸ ਸੁੰਦਰ ਸਰੀਰ ਨੇ ਮਿੱਟੀ ਵਰਗਾ ਸੁਭਾਅ ਆਪਣਾ ਬਣਾਇਆ? ਜਦੋਂ ਆਪਾਂ ਗੁਰੂ ਨੂੰ ਪੁੱਛਾਂਗੇ ਨਾ ਤਾਂ ਨਹੀਂ ਬਣਿਆ। ਸਾਡੇ ਕੋਲ ਜਰਨ ਵਾਲੀ ਕੋਈ ਕਿਸੇ ਤਰ੍ਹਾਂ ਦੀ ਸ਼ਕਤੀ ਨਹੀਂ ਹੈ। ਪਾਣੀ ਵੱਲ ਨਿਗਾਹ ਮਾਰ ਲਓ। ਪਾਣੀ ਵੱਲ ਜਦੋਂ ਨਿਗਾਹ ਮਾਰਾਂਗੇ, ਹੁਣ ਪਾਣੀ ਦਾ ਸੁਭਾਅ ਕੀ ਆ? ਪਾਣੀ ਨੇ ਗੰਦਗੀ ਨੂੰ ਉਤਾਰ ਦੇਣਾ, ਮੈਲ ਉਤਾਰ ਦੇਣੀ ਆ। ਮੈਲ ਉਤਾਰ ਕੇ ਆਪ ਮੈਲਾ ਹੋ ਗਿਆ, ਮੈਲਾ ਹੋ ਕੇ ਵੀ ਉਹ ਸ਼ੁੱਧ ਆ। ਦੇਖੋ ਜਿਹੜੀ ਗੱਲ ਇੱਥੇ ਗੁਰੂ ਸਾਹਿਬ ਨੇ ਕਹੀ ਹੈ ਨਾ, ਪਾਣੀ ਮੈਲਾ ਹੋ ਕੇ ਵੀ ਸ਼ੁੱਧ ਆ। ਸਾਡੇ ਜੀਵਨ ਦੇ ਵਿੱਚ, ਸਾਡੇ ਸਰੀਰ ਦੇ ਵਿੱਚ ਪਾਣੀ ਬਹੁ ਮਾਤਰਾ ਚ ਹੈ। ਬਾਣੀ ਚ ਵੀ ਜ਼ਿਕਰ ਕੀਤਾ, ਪਹਿਲਾਂ ਪਾਣੀ ਜੀਓ ਹੈ। ਕਿਸੇ ਪਸ਼ੂ ਨੂੰ ਪਾਣੀ ਨਾ ਮਿਲੇ ਮਰ ਜਾਂਦਾ, ਪੰਛੀ ਨੂੰ ਪਾਣੀ ਨਾ ਮਿਲੇ ਮਰ ਜਾਂਦਾ, ਫਸਲ ਨੂੰ, ਕਿਸੇ ਦਰਖਤ ਨੂੰ, ਬਾਗ ਨੂੰ ਪਾਣੀ ਨਾ ਮਿਲੇ ਤਾਂ ਮਰ ਜਾਂਦਾ, ਬੰਦੇ ਨੂੰ ਪਾਣੀ ਨਾ ਮਿਲੇ ਮਰ ਜਾਂਦਾ, ਹੈ ਨਾ। ਪਾਣੀ ਦਾ ਸਾਡੇ ਜੀਵਨ ਨਾਲ ਬਹੁਤ ਜ਼ਿਆਦਾ ਸੰਬੰਧ ਆ। ਕੇਵਲ ਆਪਾਂ ਪਾਣੀ ਨੂੰ ਇੱਥੋਂ ਤੱਕ ਹੀ ਨਹੀਂ ਵੇਖਣਾ ਵੀ ਉਹਨੂੰ ਪੀਵਾਂਗੇ ਤਾਂ ਜਾਨ ਹੈ, ਨਾ ਪੀਵਾਂਗੇ ਤਾਂ ਮਰ ਜਾਾਂਗੇ, ਪਰ ਉਹਦਾ ਗੁਣ ਕੀ ਆ? ਉਹਦਾ ਗੁਣ ਇਹ ਆ ਵੀ ਉਹ ਸਾਡੇ ਤਨ ਨੂੰ ਧੋ ਕੇ ਆਪ ਮੈਲਾ ਹੋ ਜਾਂਦਾ। ਆਪ ਮੈਲਾ ਹੋ ਕੇ ਫਿਰ ਵੀ ਉਹ ਸ਼ੁੱਧ ਆ। ਕਿ ਸਾਡੇ ਵਿੱਚ ਇਹ ਗੁਣ ਤਾਂ ਹੈਗਾ, ਪਰ ਅਸੀਂ ਇਸ ਗੁਣ ਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ ਜਾਂ ਨਹੀਂ ਕੀਤਾ, ਇਹ ਆਪਾਂ ਵੇਖਣਾਗਾ। ਫਿਰ ਸਾਨੂੰ ਉਹ ਪ੍ਰਮਾਤਮਾ ਸੁੰਦਰ ਦਾ ਨਕਸ਼ਾ ਬਣ ਕੇ ਸਾਡੇ ਸਾਹਮਣੇ ਆ ਜਾਊਗਾ। ਮਿੱਟੀ ਵਾਲਾ ਗੁਣ ਆ ਗਿਆ, ਪਾਣੀ ਵਾਲਾ ਗੁਣ ਆ ਗਿਆ, ਅਸੀਂ ਸੁੰਦਰ ਬਣਨੇ, ਸੋਹਣੇ ਬਣਨੇ ਸ਼ੁਰੂ ਹੋ ਗਏ। ਅਸੀਂ ਕੀ ਕਰਨਾ? ਭਾਵ ਆਪਣੇ ਨਾਲ ਦੇ ਸਾਥੀਆਂ ਦੇ, ਆਪਣੇ ਹੋਰ ਆਸੇ ਪਾਸੇ ਦੇ ਰਹਿਣ ਵਾਲੇ ਮਿੱਤਰ ਪਿਆਰਿਆਂ ਦੇ ਜੀਵਨ ਦੀ ਮੈਲ ਲਾਉਣੀ ਆ। ਸਾਡਾ ਫਰਜ਼ ਆ ਸਾਰਿਆਂ ਦਾ। ਉਹ ਮੈਲ ਕਿਵੇਂ ਲਹੂਗੀ? ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਉਹ ਗਿਆਨ ਨੂੰ ਅੱਗੇ ਆਪਣੇ ਪਰਿਵਾਰ 'ਚ, ਆਪਣੇ ਭੈਣ ਭਾਈਆਂ 'ਚ, ਆਪਣੇ ਦੋਸਤਾਂ ਮਿੱਤਰਾਂ 'ਚ ਵੰਡਣਾ। ਇਹ ਪਾਣੀ ਵਾਲਾ ਸੁਭਾਅ ਆ। ਆਪਾਂ ਗੱਲ ਕੀਤੀ ਹੈ ਨਾ ਵੀ ਗੁਰੂ ਕੋਲੇ ਆਏ, ਗੁਰੂ ਨੇ ਭੋਜਨ ਦੇ ਦਿੱਤਾ ਸਾਨੂੰ, ਉਹ ਭੋਜਨ ਅਸੀਂ ਗੁਰਬਾਣੀ ਛਕ ਲਈ। ਛਕਣ ਤੋਂ ਬਾਅਦ ਮੇਨ ਕੰਮ ਇਹ ਆ ਵੀ ਉਹਨੂੰ ਹਜਮ ਕਰਨਾ, ਉਹਨੂੰ ਪਚਾਉਣਾ। ਪਚਣ ਤੋਂ ਭਾਵ ਕੀ ਆ? ਆਪਾਂ ਗੱਲ ਮੰਨਣੀ ਆ ਤੇ ਹੋਰਾਂ ਨੂੰ ਉਹ ਗੱਲ ਸੁਣਾ ਕੇ, ਸਮਝਾ ਕੇ ਮੰਨਣ ਦੀ ਆਪਾਂ ਉਹਨਾਂ ਤੱਕ ਗੱਲ ਪਹੁੰਚਾਉਣੀ ਆ ਵੀ ਤੂੰ ਵੀ ਭਾਈ ਇਹ ਕੰਮ ਕਰ, ਤੇਰੇ ਕਰਨ ਜੋਗਾ। ਮਤਲਬ ਕਹਿਣ ਤੋਂ ਭਾਵ ਸੌਖਾ ਬਣ ਜੇ ਗੱਲ ਵੀ ਅੰਮ੍ਰਿਤ ਛਕ ਭਾਈ, ਬਾਣੀ ਪੜ੍ਹ ਭਾਈ, ਬਾਣੀ ਨੂੰ ਸੁਣ ਕੇ ਮੰਨ ਭਾਈ, ਬਾਣੀ ਨੂੰ ਜੀਵਨ 'ਚ ਕਮਾ ਭਾਈ। ਇਹ ਪਾਣੀ ਵਾਲਾ ਗੁਣ ਆ। ਪਾਣੀ ਦਾ ਗੁਣ ਕੀ ਆ? ਸਰੀਰ ਸਾਡਾ ਮੈਲਾ, ਮਿੱਟੀ ਘੱਟਾ ਸਾਡੇ ਤਨ ਨੂੰ ਲੱਗਿਆ, ਪਾਣੀ ਨੇ ਉਹ ਮੈਲ ਲਾ ਦਿੱਤੀ। ਪਰ ਵਾਹਿਗੁਰੂ ਜੀ ਕਹਿੰਦੇ ਨਾ, ਪਾਣੀ ਮੈਲ ਲਾ ਕੇ ਵੀ ਸ਼ੁੱਧ ਹੈ। ਤੇ ਰੱਬ ਦੇ ਪਿਆਰੇ, ਕਿਸੇ ਦੀ ਜ਼ਿੰਦਗੀ 'ਚ ਭਲਾ ਕਰਕੇ, ਹੱਥੋਂ ਦੇ ਕੇ ਭਲਾ ਮਨਾਵੇ। ਹੱਥੋਂ ਦੇ ਕੇ ਗਾਉਣ ਦੀ ਗੱਲ ਨਹੀਂ ਕੀਤੀ ਵੀ ਗਾਉਣਾ, ਹੱਥੋਂ ਦੇ ਕੇ ਭਲਾ ਮਨਾਵੇ, ਭਾਵ ਕਿਸੇ ਦੀ ਜ਼ਿੰਦਗੀ 'ਚ ਪਰ ਉਪਕਾਰੀ ਕੰਮ ਕਰਨਾ। ਇਹ ਪਾਣੀ ਦਾ ਸੁਭਾਅ ਆ। ਫਿਰ ਉਹ ਕੀ ਬਣ ਜਾਂਦਾ ਵਿਅਕਤੀ? ਆਪਾਂ 2 ਨੰਬਰ ਤੱਕ ਪਹੁੰਚੇ ਆ। ਸੋਹਣਾ ਬਣਨਾ ਸ਼ੁਰੂ ਹੋ ਜਾਂਦਾ। ਬੰਦਾ ਸੋਹਣਾ ਬਣ ਗਿਆ ਤੇ ਰੱਬ ਸੋਹਣਾ ਉਹਨੂੰ ਨਜ਼ਰ ਆਵੇਗਾ। ਨੰਬਰ 3 ਤੇ ਸਾਡੇ ਸਰੀਰ ਦੇ ਨਾਲ ਸੰਬੰਧਿਤ ਅਗਨ ਦਾ। ਅੱਗ ਤੋਂ ਬਿਨਾਂ ਸਾਡਾ ਸਰੀਰ ਨਹੀਂ ਹੈ। ਜਿਹਨੂੰ ਆਪਾਂ ਪੇਟ ਦੀ ਅਗਨੀ, ਜਠਰ ਅੱਗ ਵੀ ਕਹਿ ਦਿੰਦੇ ਹਾਂ। ਤੇ ਨਾਲ ਇੱਕ ਬਹੁਤ ਖਤਰਨਾਕ ਅੱਗ ਆ ਜਿਹੜੀ ਨੂੰ ਆਪਾਂ ਤ੍ਰਿਸ਼ਨਾ ਕਹਿੰਦੇ ਆ। ਦੇਖੋ, ਅੱਗ ਦੇ 2 ਰੂਪ ਨੇ। ਅੱਗ ਦਾਇਰੇ 'ਚ ਆ, ਕੰਟਰੋਲ 'ਚ ਆ ਨਾ, ਤਾਂ ਉਹ ਬੜੇ ਕੰਮ ਕਰਦੀ ਆ। ਮਸ਼ੀਨਾਂ, ਗੱਡੀਆਂ, ਛੋਟੇ ਵੱਡੇ ਆਦਿਕ ਕੰਮ ਨੇ ਸਾਰੇ ਅੱਗ ਤੋਂ ਹੁੰਦੇ ਆ। ਫੈਕਟਰੀਆਂ ਦੇ ਵਿੱਚ ਜੋ ਬਣਦਾ ਅੱਗ ਰਾਹੀਂ ਬਣਦਾ। ਰਸੋਈ ਵਿੱਚ ਜੋ ਭੋਜਨ ਤਿਆਰ ਹੋਇਆ ਅੱਗ ਰਾਹੀਂ ਤਿਆਰ ਹੋਇਆ। ਅੱਛਾ, ਜਦੋਂ ਅੱਗ ਕੰਟਰੋਲ ਤੋਂ ਬਾਹਰ ਹੋ ਜੇ ਫੇਰ ਉਹ ਮਚਾ ਵੀ ਦਿੰਦੀ ਆ।
ਖਤਮ ਕਰ ਦਿੰਦੀ ਹੈ ਨਾ। ਜੰਗਲਾਂ ਦੇ ਜੰਗਲ, ਪਿੰਡਾਂ ਦੇ ਪਿੰਡ ਤਬਾਹ ਕਰ ਦਿੰਦੀ ਆ ਅੱਗ, ਜਦੋਂ ਕੰਟਰੋਲ ਤੋਂ ਬਾਹਰ ਹੋ ਜੇ। ਹੁਣ ਤੀਜਾ ਗੁਣ ਸਾਡੇ ਜੀਵਨ ਵਿੱਚ, ਸਾਡੇ ਸਰੀਰ ਨਾਲ ਸੰਬੰਧਿਤ ਅਗਨ ਦਾ ਹੈ। ਜੇ ਤਾਂ ਹੁਣ ਆਪਾਂ ਆਪਣੇ ਅੰਦਰ ਦੀ ਅੱਗ ਨੂੰ ਬਾਹਰੀ ਅੱਗ, ਕੰਟਰੋਲ ਕੀਤੀ ਹੋਈ ਅੱਗ ਵਰਗਾ ਸੁਭਾਅ ਬਣਾ ਕੇ ਵੇਖੀਏ, ਫਿਰ ਤਾਂ ਚੇਤਾ ਰੱਖਿਓ ਅਸੀਂ ਕੱਚਿਆਂ ਨੂੰ ਪਕਾਉਣ ਦਾ ਕੰਮ ਕਰਾਂਗੇ। ਤੇ ਜੇ ਸਾਡੀ ਅੰਦਰ ਦੀ ਅੱਗ ਹੱਦ ਟੱਪ ਜਾਵੇ, ਫਿਰ ਵਾਹਿਗੁਰੂ ਭਲਾ ਕਰੇ, ਫਿਰ ਅਸੀਂ ਨੁਕਸਾਨ ਬਹੁਤ ਕਰਾਂਗੇ। ਫਿਰ ਤਾਂ ਕਈ ਵਾਰ ਘਰ ਵੱਲੋਂ ਵੀ ਕਹਿਣਾ ਪੈ ਜਾਂਦਾ ਵੀ ਇਹਦੀ ਨੀਅਤ ਵਿਗੜ ਗਈ, ਨੀਅਤ ਵਿਗੜ ਗਈ, ਅੱਗ ਵੱਧ ਗਈ। ਹੁਣ ਅੰਦਰ ਦੀ ਅੱਗ ਇੰਨੀ ਕੋ ਵੱਧ ਗਈ, ਅਸੀਂ ਵਾਹਿਗੁਰੂ ਭਲਾ ਕਰੇ ਆਪਾਂ ਲਫ਼ਜ਼ ਵਰਤਿਆ ਸੀ, ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ, ਤੇ ਅੰਦਰ ਦੀ ਅੱਗ ਨੇ ਘਰਾਂ ਦੇ ਘਰ ਉਜਾੜ ਕੇ ਰੱਖ ਦਿੱਤੇ। ਫਿਰ ਗੁਰੂ ਸਾਹਿਬ ਜੀ ਕਹਿੰਦੇ, ਪਿਆਰਿਆ ਤੂੰ ਆਪਣੇ ਜੀਵਨ ਵੱਲ ਥੋੜਾ ਜਿਹਾ ਪਿੱਛੇ ਮੁੜ ਕੇ ਤੱਕ ਕੇ ਵੇਖ, ਤੂੰ ਸਿੱਖਿਆ ਲੈ ਲਾ, ਬਾਹਰੀ ਅੱਗ ਤੋਂ ਰਸੋਈ ਵਿੱਚ ਚੱਲ ਰਹੀ। ਹੁਣ ਗੱਡੀ ਭੱਜਦੀ ਆ, ਇੱਕ ਥਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਲੰਘ ਜਾਂਦੀ ਹੈ, ਜਹਾਜ਼ ਨੇ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਲੈ ਕੇ ਜਾਂਦੇ ਨੇ। ਉਹ ਅੱਗ ਕਿੰਨੀ ਸਤਿਕਾਰਯੋਗ ਆ, ਜਿਹੜੀ ਅੱਗ ਰਾਹੀਂ ਹਵਾਈ ਜਹਾਜ਼ ਉੱਡ ਕੇ ਸਾਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਘੰਟਿਆਂ 'ਚ ਹੀ ਲੈ ਗਏ। ਉਹ ਅੱਗ ਕਿੰਨੀ ਸਤਿਕਾਰਯੋਗ ਆ, ਜਿਹੜੀ ਸਾਨੂੰ ਇੱਥੋਂ ਚੱਕ ਕੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਲੈ ਗਈ। ਪਤਾ ਲੱਗ ਗਿਆ ਨਾ ਆਪਾਂ ਨੂੰ ਵੀ ਜੋ ਗੁਰੂ ਸਾਹਿਬ ਸੁਨੇਹਾ ਦੇਣਾ ਚਾਹੁੰਦੇ ਨੇ, ਤੇਰੇ ਜੀਵਨ ਵਿੱਚ ਅਗਨੀ ਦਾ ਮੇਲ ਹੈ, ਤੇ ਅੱਗ ਨੂੰ ਆਪਣੇ ਜੀਵਨ 'ਚ ਸ਼ੁੱਧ ਰੂਪ ਦੇ ਵਿੱਚ ਵਰਤਣ ਦੀ ਕੋਸ਼ਿਸ਼ ਕਰ। ਸ਼ੁੱਧ ਰੂਪ ਕੰਟਰੋਲ ਵਿੱਚ ਰਹਿ ਕੇ ਆਪਣੀ ਅਗਨ ਨੂੰ ਵਰਤ। ਇੱਕ ਹੁੰਦੀ ਆ ਤ੍ਰਿਸ਼ਨਾ, ਤ੍ਰਿਸ਼ਨਾ ਦੀ ਵਿਰਤੀ, ਉਹ ਵੀ ਬਹੁਤ ਖਤਰਨਾਕ ਅੱਗ ਆ, ਉਦੋਂ ਬਚ। ਚਲੋ ਆਪਾਂ ਤ੍ਰਿਸ਼ਨਾ ਦੇ ਸੰਬੰਧੀ ਬਾਅਦ 'ਚ ਥੋੜੀ ਜਿਹੀ ਵਿਚਾਰ ਕਰਾਂਗੇ। ਹੁਣ ਚੌਥਾ ਰੂਪ ਆ ਗਿਆ ਮਿੱਟੀ, ਪਾਣੀ, ਅਗਨ, ਫਿਰ ਆ ਗਈ ਹਵਾ। ਤੇ ਜਿਹੜੀ ਹੁਣ ਹਵਾ ਗਈ, ਤੇ ਹਵਾ ਸਾਡੇ ਜੀਵਨ ਦਾ ਇੱਕ ਬਹੁਤ ਵੱਡਾ ਹਿੱਸਾ। ਸਾਡਾ ਸਰੀਰ ਹਵਾ ਦੇ ਸਹਾਰੇ ਚੱਲ ਰਿਹਾ ਹੈਗਾ। ਜਲ ਕੀ ਭੀਤ ਪਵਨ ਕਾ ਥੰਬਾ, ਮਤਲਬ ਹਵਾ ਦੇ ਪਿੱਲਰ ਲੱਗੇ ਹੋਏ ਨੇ, ਹਵਾ ਦੇ ਸਹਾਰੇ ਅਸੀਂ। ਹਵਾ ਖਤਮ ਹੋ ਗਈ ਤਾਂ ਸਰੀਰ ਵੀ ਖਤਮ ਆ। ਇੱਕ ਸਾਹ ਆਉਂਦਾ ਅੰਦਰ, ਇੱਕ ਸਾਹ ਜਾਂਦਾ ਬਾਹਰ। ਅੰਦਰ ਦੀ ਹਵਾ ਬਾਹਰ ਨਾ ਆਵੇ, ਮਰ ਜਾਵਾਂਗੇ। ਬਾਹਰ ਦੀ ਹਵਾ ਅੰਦਰ ਨਾ ਜਾਵੇ, ਮਰ ਜਾਵਾਂਗੇ। ਹਵਾ ਸਾਡੇ ਜੀਵਨ ਦੇ ਵਿੱਚ ਕਿੱਡਾ ਵੱਡਾ ਗੁਣ ਲੈ ਕੇ ਹਾਜ਼ਰ ਹੋਈ ਆ, ਤੇ ਹਵਾ ਤੋਂ ਬਿਨਾਂ ਮਨੁੱਖੀ ਸਰੀਰ ਜ਼ੀਰੋ ਆ। ਹਵਾ ਤੋਂ ਬਿਨਾਂ ਖਤਮ ਆ ਨਾ। ਹੁਣ ਚੇਤਾ ਰੱਖਿਓ, ਹਵਾ ਸਾਨੂੰ ਕੀ ਸੁਨੇਹਾ ਦਿੰਦੀ ਆ? ਮੈਂ ਸਾਰਿਆਂ ਦੀ ਜਾਨ ਆ। ਹਵਾ ਕੀ ਕਹਿੰਦੀ ਆ? ਮੈਂ ਸਾਰਿਆਂ ਦੀ ਜਾਨ ਆ। ਵਾਹਿਗੁਰੂ ਭਲਾ ਕਰੇ ਸਾਡੇ ਜੀਵਨ ਦਾ ਵੀ ਇੱਕ ਅਜਿਹਾ ਪੱਖ ਬਣ ਜਾਵੇ, ਕਿਹੜਾ? ਲੋਕੀ ਨਾ ਤਰਸਣ ਵੀ ਇਹ ਵੀਰ, ਆ ਭਰਾ, ਆ ਨਗਰ ਦਾ ਫਲਾਨਾ ਵਿਅਕਤੀ ਬੜਾ ਹੀ ਚੰਗਾ, ਜੇ ਇਹ ਮਰ ਗਿਆ ਨਾ, ਖਤਮ ਹੋ ਗਿਆ, ਸਾਡਾ ਸਾਰਾ ਨਗਰ, ਸਾਡਾ ਸਾਰਾ ਪਿੰਡ ਖਤਮ ਹੋ ਜਾਊਗਾ। ਪਰ ਵਾਹਿਗੁਰੂ ਭਲਾ ਕਰੇ, ਮਾਰਨ ਵਾਲੇ ਬਹੁਤ ਨੇ। ਜਿਹੜੇ ਆਪ ਮਰ ਕੇ ਦੁਨੀਆ ਨੂੰ ਮਾਰਦੇ ਨੇ, ਉਹ ਘੱਟ ਨੇ। ਜਿਹੜੇ ਆਪ ਜਿਉਂਦੇ ਰਹਿੰਦੇ ਨੇ, ਦੁਨੀਆ ਨੂੰ ਮਾਰਦੇ ਨੇ, ਉਹਨਾਂ ਦੀ ਗਿਣਤੀ ਬਹੁਤ ਆ। ਆਪ ਮਰ ਕੇ ਦੁਨੀਆ ਨੂੰ ਮਾਰਨਾ ਕੀ ਹੈ? ਭਾਵ ਜੀਵਨ ਵਾਲਾ ਜਿਹੜਾ ਮਨੁੱਖ ਆ ਨਾ, ਜੇ ਉਹ ਆਪ ਇਸ ਸੰਸਾਰ ਦੇ ਵਿੱਚੋਂ ਖਤਮ ਹੋ ਜਾਵੇ, ਤਾਂ ਉਹਦੀ ਬਹੁਤ ਵੱਡੇ ਪੱਧਰ ਤੇ ਲੋੜ ਸੀ। ਉਹ ਲੋਕਾਂ ਦੀ ਜਿੰਦ ਸੀ, ਉਹ ਲੋਕਾਂ ਦੀ ਜਾਨ ਸੀ। ਇਹ ਇਸ਼ਾਰਾ ਆਪਾਂ ਗੁਰੂ ਨਾਨਕ ਸਾਹਿਬ ਵੱਲ ਵੀ ਕਰ ਸਕਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਵੱਲ ਕਰੋ। ਆਖਾਂ ਜੀਵਾਂ ਬਿਸਰੈ ਮਰ ਜਾਊਂ, ਜੇ ਮੈਂ ਕਹਿੰਦਾ ਹਾਂ ਤਾਂ ਜਿਉਂਦਾ ਹਾਂ, ਤੇ ਨਹੀਂ ਮੈਂ ਆਤਮਿਕ ਤਲ ਤੇ ਮਰ ਜਾਂਦਾ ਹਾਂ। ਸਰੀਰਕ ਤਲ ਤੇ ਬਾਬਾ ਕਨ੍ਹਈਆ ਜੀ ਦੇ ਵੱਲ ਵੀ ਇਹ ਇਸ਼ਾਰਾ ਹੁੰਦਾ। ਉਹਨਾਂ ਨੇ ਨਹੀਂ ਵੇਖਿਆਗਾ ਫਿਰ ਕੌਣ ਆ ਜਿਹੜਾ ਮੇਰੇ ਅੱਗੇ ਹੱਥ ਕਰਦਾਗਾ, ਪਾਣੀ ਮੰਗਦਾਗਾ।
ਮਰਨ ਦੇ ਕਿਨਾਰੇ ਪਹੁੰਚਿਆ ਹੋਇਆਗਾ, ਪਾਣੀ ਮਿਲ ਗਿਆ, ਹਵਾ ਸਾਹ ਚੱਲ ਪਏ, ਮੱਲਮ ਪੱਟੀ ਹੋ ਗਈ, ਦਰਦ ਰੁਕ ਗਿਆ, ਦੁਬਾਰਾ ਜਾਨ ਪੈ ਗਈ। ਉਸੇ ਭਾਈ ਕਨ੍ਹਈਆ ਦੇ ਸੰਬੰਧੀ ਸਾਡਾ ਇਤਿਹਾਸ ਕੀ ਕਹਿੰਦਾ, ਸਾਡੇ ਦੁਸ਼ਮਣ ਵੀ ਕੀ ਕਹਿੰਦੇ ਸੀ, ਭਾਈ ਕਨ੍ਹਈਆ ਨਾ ਹੁੰਦਾ ਤੇ ਅਸੀਂ ਮਰ ਜਾਂਦੇ। ਹਵਾ ਸਾਨੂੰ ਸੁਨੇਹਾ ਦਿੰਦੀ ਆ, ਮੈਂ ਤੇਰੀ ਜਾਨ ਆ, ਤੂੰ ਲੋਕਾਂ ਦੀ ਜਾਨ ਬਣਾ। ਕੱਲੇ ਕੱਲੇ ਮਤਲਬ ਕਿ ਪੁਆਇੰਟ ਨੇ ਸਾਨੂੰ ਕੁਝ ਸਿਖਾਇਆ, ਜੇ ਅਸੀਂ ਸਿੱਖਣ ਦੀ ਕੋਸ਼ਿਸ਼ ਕਰੀਏ ਤਾਂ। ਪਰ ਇਹ ਨਾ ਹੋਵੇ ਆਪ ਜਿਉਂਦੇ ਰਹਿਣ ਦੀ ਹਿੰਮਤ ਕਰੀਏ ਤੇ ਲੋਕਾਂ ਨੂੰ ਮਾਰ ਗਏ, ਜਿਹੜੇ ਅੱਜ ਦੇ ਹਾਲਾਤ ਸਰਕਾਰਾਂ ਕਰਦੀਆਂ ਨੇ। ਅਸੀਂ ਜਿਉਂਦੇ ਰਹੀਏ, ਅਸੀਂ ਵੱਡੇ ਅਮੀਰ ਬਣ ਜਾਈਏ ਤੇ ਦੂਜੇ ਸਭ ਖਤਮ ਹੋ ਜਾਣਾ, ਉਹਨਾਂ ਦੀ ਭਾਵਨਾ ਨਾ। ਪਰ ਗੁਰੂ ਸਾਹਿਬ ਕਹਿੰਦੇ ਇਦਾਂ ਤੇਰੀ ਭਾਵਨਾ ਨਾ, ਸਾਡੀ ਭਾਵਨਾ ਨਾ ਹੋਵੇ। ਜੋ ਆਪਾਂ ਗੁਰੂ ਕੋਲੇ ਬੈਠੇ ਆ, ਇਹ ਬਹੁਤੇ ਨਹੀਂ ਥੋੜੇ ਹੁੰਦੇ ਆ। ਕਹਿਣ ਵਾਲੇ ਬਹੁਤ ਨੇ, ਮੈਂ ਤੇਰੀ ਜਾਨ ਤੂੰ ਮੇਰੀ ਜਾਨ, ਨਾ 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 ਨਾ। ਕਹਿਣ ਮਾਤਰ ਆ, ਉਹ ਕਮਾਉਣ ਮਾਤਰ ਨਹੀਂ ਹੈ। ਕਮਾਉਣ ਮਾਤਰ ਜਿੱਦੇ ਬਣ ਗਿਆ ਨਾ, ਉਹਦੇ ਫਿਰ ਗੱਲ ਕਹੀ ਨਹੀਂ ਜਾਂਦੀ। ਚਲੋ, ਕਹਿਣ ਤੋਂ ਭਾਵ ਅੱਗੇ ਫਿਰ ਸਾਡੇ ਜੀਵਨ ਦਾ ਹਿੱਸਾ ਆਉਂਦਾ ਆਕਾਸ਼ ਦਾ। ਤੇ ਆਕਾਸ਼ ਆ ਜਿਹੜਾ, ਉਹ ਵੀ ਸਾਨੂੰ ਕੁਝ ਬੋਲ ਕੇ ਦੱਸ ਰਿਹਾ ਹੈਗਾ। ਆਕਾਸ਼ ਜਿੱਥੇ ਆਪਾਂ ਬੈਠੇ ਆ, ਆਪਾਂ ਆਕਾਸ਼ ਦੇ ਵਿੱਚ ਘੁੰਮ ਫਿਰ ਰਹੇ ਆ। ਆਪਾਂ ਜਿੱਥੇ ਜਾਂਦੇ ਆ ਆਕਾਸ਼ ਨੂੰ ਰੋਕਦੇ ਆ, ਉਨੀ ਜਗ੍ਹਾ ਕਵਰ ਕਰ ਲੈਂਦੇ ਆਪਾਂ। ਮੰਨ ਲਓ ਵੀ ਜਿੱਡਾ ਆਪਣਾ ਘਰ ਆ ਨਾ, ਉਦਾਹਰਨ ਉਹ ਘਰ 5 10 20 50 ਵਿਸਵਿਆਂ ਦੇ ਵਿੱਚ ਹੈ, ਮਰਲਿਆਂ ਦੇ ਵਿੱਚ ਹੈ, ਕਨਾਲਾਂ ਦੇ ਵਿੱਚ ਹੈ। ਆਪਾਂ ਉਨੀ ਜਗ੍ਹਾ ਕਵਰ ਕਰਕੇ ਕੀ ਮੰਨ ਲਿਆ ਵੀ ਇਹ ਸਾਡਾ ਥਾਂ, ਇੱਥੋਂ ਤੱਕ, ਇਹਦੇ ਅੰਦਰਲੇ ਬੰਨੇ ਕੋਈ ਪੈਰ ਨਹੀਂ ਪਾ ਸਕਦਾ। ਇਵੇਂ ਜਿਵੇਂ ਮਨੁੱਖੀ ਸਰੀਰ ਆ, 4 ਤੱਤਾਂ ਤੋਂ ਕੁਝ ਸੇਧ ਲੈ ਕੇ, ਸਿੱਖਿਆ ਲੈ ਕੇ 5ਵੇਂ ਤੱਤ ਤੱਕ ਜਦੋਂ ਪਹੁੰਚਿਆ ਨਾ, ਆਕਾਸ਼ ਤੱਕ, ਤੇ ਆਕਾਸ਼ ਕੀ ਦੱਸਦਾ, ਮੇਰੇ ਵਾਂਗ ਨਾ ਖੁੱਲਾ ਡੁੱਲਾ ਹੋ ਕੇ ਰਹਿ, ਮੇਰੇ ਵਾਂਗ ਨਾ ਖੁੱਲਾ ਡੁੱਲਾ ਹੋ ਕੇ ਰਹਿ। ਆਪਣੀ ਜ਼ਿੰਦਗੀ ਘੁੱਟ ਘੁੱਟ ਕੇ, ਮਤਲਬ ਕਿ ਸੁੰਗੜ ਕੇ ਨਾ ਬਤੀਤ ਕਰ, ਖੁੱਲ ਕੇ ਬਤੀਤ ਕਰ। ਆਕਾਸ਼ ਸਾਨੂੰ ਇਹ ਸੁਨੇਹਾ ਦੇ ਰਿਹਾ ਹੈਗਾ। ਫਿਰ ਸਾਡੇ ਜੀਵਨ ਵਿੱਚ ਕੀ ਹੋਣਾ ਚਾਹੀਦਾ, ਅਸੀਂ ਵੀ ਆਕਾਸ਼ ਵਾਂਗ ਖੁੱਲੇ ਦਿਲ ਵਾਲੇ ਹੋਈਏ ਤੇ ਖੁੱਲੀ ਸੋਹਣੀ ਜ਼ਿੰਦਗੀ ਜਿਉਈਏ। ਫਿਰ ਇਹਨਾਂ 5 ਤੱਤਾਂ ਨੂੰ ਜਦੋਂ ਆਪਾਂ ਵੇਖ ਲਿਆ ਨਾ, ਫਿਰ ਇਹਨਾਂ 5 ਤੱਤਾਂ ਦਾ ਇੱਕ ਬਣ ਜਾਂਦਾ। ਕੀ ਸਰੀਰ, ਉਹ ਸਰੀਰ ਇੰਨਾ ਸੋਹਣਾ ਬਣ ਗਿਆ ਜਿਹਦੇ ਵਿੱਚ ਇਹ 5 ਤੱਤ ਸਿੱਖਿਆ ਦੇ ਗਏ, ਤੇ ਉਹ ਸਰੀਰ ਨੂੰ ਦੁਨੀਆ ਸਲਾਮ ਕਰਨ ਲੱਗ ਜਾਂਦੀ ਹੈ, ਸਜਦਾ ਕਰਨ ਲੱਗ ਜਾਂਦੀ ਹੈ। ਸਰੀਰ ਉਹੀ ਆ ਜਿੱਥੇ ਇੱਕ ਸਾਕਤ ਦਾ ਸਰੀਰ ਜਨਮਿਆ, ਪਰ ਇੱਕ ਸਰੀਰ ਨੂੰ ਸਲਾਮ ਹੈ, ਸਜਦਾ ਹੈ, ਤੇ ਇੱਕ ਸਰੀਰ ਨੂੰ ਲਾਹਨਤਾਂ ਪੈ ਰਹੀਆਂ ਨੇ। ਫਿਰ ਗੁਰੂ ਸਾਹਿਬ ਜੀ ਕਹਿੰਦੇ, ਜਦੋਂ ਤੂੰ ਇਹ 5 ਤੱਤਾਂ ਨੂੰ ਰੋਜ਼ ਸਮਝਦਾ ਵੀ ਮੇਰਾ ਸਰੀਰ 5 ਤੱਤਾਂ ਦਾ ਬਣਿਆ, ਪਰ 5 ਤੱਤਾਂ ਦੀ ਸਿੱਖਿਆ ਨੂੰ ਸਮਝ ਗਿਆ ਨਾ, ਫਿਰ ਉਸ ਦਿਨ ਤੂੰ ਕਹਿਣਾ ਸ਼ੁਰੂ ਕਰ ਦੇਵੇਂਗਾ, ਸਾਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋਹੇ। ਫਿਰ ਉਸ ਦਿਨ ਆਪਾਂ ਕੀ ਕਹਾਂਗੇ, ਸਾਵਲ ਸੁੰਦਰ, ਸਾਵਲ ਸੁੰਦਰ ਅਤੀ ਸੁੰਦਰ, ਰਾਮਈਆ ਮੇਰਾ ਪਰਮਾਤਮਾ ਅਤੀ ਸੁੰਦਰ ਆ। ਕਿਉਂ ਨਜ਼ਰ ਆ ਗਿਆ, ਜਿਹੜੇ ਸੁੰਦਰ ਪਰਮਾਤਮਾ ਨੂੰ ਮੈਂ ਸੁੰਦਰ ਕਹਿ ਰਿਹਾ ਨਾ, ਉਹਨੂੰ ਸੁੰਦਰ ਸ਼ਕਲ ਕਰਕੇ ਨਹੀਂ ਮੈਂ ਵੇਖਿਆ, ਕੋਈ ਆਕਾਰ ਕਰਕੇ ਨਹੀਂ ਵੇਖਿਆ, ਰੰਗ ਰੂਪ ਕਰਕੇ ਨਹੀਂ ਵੇਖਿਆ। ਉਹਨੂੰ ਸੁੰਦਰ ਕਿਉਂ ਕਿਹਾ, ਕਿਉਂਕਿ ਉਹਨੇ ਮਿੱਟੀ ਬਣਾਈ। ਮਿੱਟੀ ਸਾਨੂੰ ਕਿੰਨਾ ਕੁਝ ਸਮਝਾ ਗਈ। ਉਹ ਪਰਮਾਤਮਾ ਨੇ ਪਾਣੀ ਬਣਾ, ਦੇਖੋ ਪਾਣੀ ਬੰਦੇ ਨੇ ਨਹੀਂ ਬਣਾਇਆ, ਬੰਦਾ ਪਾਣੀ ਵਰਤ ਸਕਦਾ। ਬੰਦਾ ਕੀ ਕਰਦਾ, ਪਾਣੀ ਨੂੰ ਵਰਤਦਾਗਾ। ਬੰਦਾ ਪਾਣੀ ਨੂੰ ਵਰਤ ਸਕਦਾਗਾ, ਪਰ ਪਾਣੀ ਬਣਾ ਨਹੀਂ ਸਕਦਾਗਾ। ਪੂਰੀ ਦੁਨੀਆ 'ਚ ਨਿਗਾਹ ਮਾਰ ਕੇ ਵੇਖੋ, ਕੋਈ ਅਜਿਹਾ ਵਿਗਿਆਨੀ ਪੈਦਾ ਹੋਇਆ ਜਿਹਨੇ ਪਾਣੀ ਬਣਾ ਲਿਆ ਹੋਵੇ। ਪਾਣੀ ਦਾ ਰੰਗ ਰੂਪ ਬਦਲ ਸਕਦਾ, ਉਹ 'ਚ ਜਿਹੋ ਜਿਹਾ ਰੰਗ ਪਾਊ ਉਹ ਜਿਹਾ ਰੰਗ ਉਹਦਾ ਹੋ ਜਾਊਗਾ। ਮਿੱਠਾ ਪਾਇਆ, ਕੌੜਾ ਪਾਇਆ, ਕੀ ਪਾਇਆ ਉਹਦੇ 'ਚ, ਪਾਣੀ ਦਾ ਸਵਾਦ ਬੰਦਾ ਬਦਲ ਸਕਦਾ, ਰੰਗ ਬਦਲ ਸਕਦਾ, ਪਰ ਪਾਣੀ ਬਣਾ ਨਹੀਂ ਸਕਦਾ। ਬੰਦਾ ਮਿੱਟੀ ਤੋਂ ਕੰਮ ਲੈ ਸਕਦਾ, ਇਹਨੂੰ ਕਿਸ ਮਰਜ਼ੀ ਰੂਪ ਦੇ ਵਿੱਚ ਤਿਆਰ ਕਰ ਲੇ।
किस मर्जी रूप च तैयार कर ले ना, इट्टां च रूप धारण कर ले, टाइलां च धारण कर ले, जो कंधां ते आपां चढ़ाउणे आ ना संगमरमर ਉਹਦੇ रूप च धारण कर ले, जो मर्जी रूप च धारण कर ले। ਇਹਨੂੰ ਵਰਤ ਸਕਦਾ पर मिट्टी बना नहीं सकता। कोई है जिन्हें मिट्टी बनाई होवे? फिर परमात्मा ने सानू जीवन दे विच अगन दित्ती आ, अग बंदे ने बनाई नहीं, पर अग दी काढ़ जरूर कढ़ ली। काढ़ भाव अग सीगी, अग नूं वरतण दा ढंग सिख लिया। इवें जिवें आकाश साडी जिंदगी दा बहुत वड्डा हिस्सा, ते आकाश असी बनाया नहीं, आकाश बनिया। ये आकाश विच असी रह के काम कर सकते हैं। चलो कहण तो भाव इन्हां पंजां तत्तां दा फिर एक शरीर बन गया। वो शरीर बड़ा सुंदर बन गया। वो जिहड़ा सुंदर शरीर बने ना, वो सुंदर शरीर ने इन्हां पंजां तत्तां दे गुण देख के की कहा, जिने ये पंज तत्त बनाए ने वो आप किन्ना सियाणा ते किन्ना सोहना होवेगा, उन्हें अनुभव करना शुरू कर दिता। सौखा समझ लो, जुत्ती चम दी बनी आ, जुत्ती नूं बनाउण वाला, चम दा काम करन वाला चम्यार जात करके नहीं, वो चम दा काम करदा सी तां। ते हुण चेता रखियो, ओहदे तो सानू नफरत होवेगी, मोची तो, पर जुत्ती पा के असी की बन गए? सरदार बन गए। फिर इन्ना जरूर धन्नवाद करना पवेगा, जुत्ती बनाउण वालिया, इन्नी सोहनी जुत्ती बनाई आ, ते तेरे हथ, तेरा रूप, तेरा रंग, तेरा नक्शा किन्ना सोहना होवेगा जिन्हें ये जुत्ती बनाई आ, जिने ये जुत्ती बनाती। जां होर कोई भी उदाहरण आपां लै सकदे आ। वो किन्ना क सियाणा सोहना होवेगा, सुचज्जा होवेगा, वो किन्ना क सियाणा होवेगा, किन्ना क दिमाग वाला होवेगा, जिने आसे पासियां तो घाह फूस इकट्ठा करके, घाह फूस हरियां सब्जियां, घाह फूस ही है ना, घाह फूस इकट्ठा करके आसे पासियां तो कुछ मटीरियल इकट्ठा करके एक पदार्थ बना दिता। हुण वो पदार्थ छकदे आ, सब्जी छकदे आ, खीर छकदे आ, कोई होर कुछ छकदे आ, असीं की करना? धन्नवाद करना। बनाउण वालिया धन्नवाद, किन्ना सियाणा ते किन्ना सोहना होवेगा तू। दो लफ्ज वरतने, सियाणा ते सोहना। हुण जिहने भोजन बनाया ना, सब्जी तैयार कीती, खीर तैयार कीती, दुध तैयार कीता, चाह तैयार कीती, लोड़ मुताबक ओहदे च आसे पासे तो मटीरियल इकट्ठा करके पाया। चेता रखियो, ओदी शकल नूं सलाम नहीं, ओदी अकल नूं सलाम आ। ओदी शकल नूं सोहनी दा मुੱਲ नहीं, ओदी अकल दा मुੱਲ आगा। अकल दा मुੱਲ है तां ओह सोहना है, ओनू हरेक प्यार करूगा। ते इको मेरे वर्गा वो आ जिन्हों पता ही नहीं चाजी कासे दा नहीं गा, उन्होंने कौन प्यार करूगा? सकल चक्की फिरे दी। इवें जिवें परमात्मा दा रूप बनाया गुरु पंजवें पातशाह ने, परमात्मा ने बाले चंगे चंगे काम कीते ने, इसे करके सोहना भाई, ओह इसे करके सियाणा। जिसका तन मन धन सब तिसका, सोई सुगड़ सुजानी। तैन ही सुनिया दुख सुख मेरा, तौबद निकी खटानी। जिसका जिदा ये तन भी है, जिसका तन मन धन सब तिसका, तिन्ने चीजां उसे दियां ने, साडा तां कुछ भी नहीं है। जिसका तन मन धन सब तिसका, सोई सुगड़ सुजानी। फिर उसे ने साडा दुख सुनिया, उसे ने साडा दुख घटाया, उसे ने साडा दुख वधाया, उसे ने सुख दिता, उसे ने आराम दिते। सारा कुछ उहदे कोले है। साचे साहिबा क्या नाही घर तेरा, घर ता तेरा सब किश है, जिस देह सो भावे। उहदे कोले आइए, जेड़ा सोहना रब आ, सोहने रब ने साडा जीवन भी सोहना बना देना। ਆਪਾਂ ਪਹਿਲੀਆਂ ਦੋ ਪੰਗਤੀਆਂ ਦੀ ਵਿਚਾਰ ਕੀਤੀ ਆ, ਭਾਵ ਰੱਬ ਨੂੰ ਗੁਣਾ ਕਰਕੇ ਆਪਾਂ ਵੇਖਣਾ, ਜਿੰਨੇ ਉਹਦੇ ਚ ਗੁਣ ਉਨਾ ਹੀ ਉਹ ਜ਼ਿਆਦਾ ਸੋਹਣਾ, ਜਿੰਨੇ ਉਹਦੇ ਚ ਗੁਣ ਉਨਾ ਹੀ ਉਹ ਜ਼ਿਆਦਾ ਸਿਆਣਾ, ਜਿੰਨੇ ਉਹਦੇ ਚ ਗੁਣ ਉਨਾ ਹੀ ਉਹ ਜ਼ਿਆਦਾ ਸਮਝਦਾਰ। अच्छा, जिन्ने उहदे च गुण ज्यादा उन्नी उहदा मुੱਲ। ते हुण रब दे गुण पिछे आपां सुण चुके हां, बाणी दी विचार बयान नहीं कीते जा सकदे। ते आपां शब्द पढ़दे भी, तेरे कवन कवन गुण कह कह गावां, मैं तेरे किहड़े किहड़े गुण बयान करां।
तेरे गुण बयान नहीं किए जा सकते। अच्छा जे उहदे च इन्ने गुण ने ते गुणां दे धारनी दा मुੱਲ पैंदा ना, ते फिर रब दा मुੱਲ कौन उतार सकदा? उहदे च गुण बहुत ने। जिन्हें हवा बनाती, मिट्टी बनाती, अग बनाती, आकाश बना दिता, उहदे च गुण बहुत ने। इसे करके पंजवें पातशाह ने अज दे पावन शब्द विच इशारा किया, रब बड़ा सियाणा है, रब बड़ा सोहना है। अगे जिक्र करदे पातशाह कहंदे प्रभ पेखत जीवा ठंडी थीवा। फिर वाहिगुरू भला करे अगला गुण भी दस दिता। जिहड़ा अगला गुण आ ना वो बहुत ज्यादा इउं कह लो वधिया गुण ते समझण वाला गुण आ। वैसे रब दे सारे गुण ही बहुत वधिया ने, वो भी बहुत समझण वाला गुण आ। वो किहड़ा गुण आगा? रब ने अग बना दिती, उन्हें हर एक लकड़ च अग पा दिती। सगल बनस्पत में, सगल बनस्पत में की हैगा? अगन, अग पा दिती। चेता रखियो, पर हरेक लकड़ विच वनस्पति दे विच अग पाउण तो बाद वो अग अपने आप नहीं प्रगट हुंदी, ते ओ अग बनाउण वाला दाता उसे लकड़ विच बैठा गा। ये भी गल ध्यान च रखियो। अग बनाउण वाले दाते ने, परमात्मा ने जिस लकड़ विच अग आ ना, गोहे अते लकड़ी अंदर कीड़ा होए, वो कीड़े दे रूप च भी बैठा गा। ते वैसे इदां घट घट जोत समोए, उदां भी वो समाया होया अग दे विच। अच्छा, वो परमात्मा अग दे विच समाया होया, अग नूं बनाउण वाला गा, ते अगन दे विच रहिंदा होया वो फिर भी ठंडा। उहदे च गुण आ गा, अग विच रहिंदा होया फिर भी वो ठंडा, अग विच होण करके। वाहिगुरू भला करे। फिर गुरु नानक साहब तो लैके इन्ना सच जाणियो, जिहड़े गुण गुरबाणी दे विच परमात्मा दे बयान कीते आ ना, गुरु नानक साहब तो लैके दशमेश पिता तक, वो पूरे दा पूरा नमूना मेरे गुरुआं ने बना के दिखाया सानू। ये दुनिया दी मिसाल आ जिथे गुरु अर्जन साहब महाराज जिन्हां ने शब्द उचारण कीता ना, जिन्हां ने दस्सिया रब अग विच रहिंदा होया अग तो किते ज्यादा ठंडा गा, अग तो ठंडा। अग विच रहिंदा होया गर्म नहीं है। अग विच कोई चीज पाओ जां तां मचू जां गर्म हो जू, पर वो अग विच रहिंदा होया मचदा भी नहीं, ते अग विच रहिंदा होया अति ठंडा भी है। फिर ये तां उदाहरण सानू पता ना, लाहौर दी धरती ते गुरु अर्जन साहब महाराज जी ने सानू दिखा दिती, केवल गल्लां राही नहीं सनमुख विखाई आ। विआह देखो, गुरु तत्ती लोह ते बैठा है ना। चलो कारण बन गया, वो कारण आपां सारे समझने आ, पर थले अग बहुत तेज है ते भुब्बल कढ़ के तन ते पाई जा रही है। अग बड़ी गर्म है, भुब्बल बड़ी गर्म है, लोह बड़ी गर्म है। तवी जिस तवी ते बैठे गुरु साहब वो बड़ी गर्म आ। अग पाउण वाला बड़ा गर्म आ, अग मचाउण वाला बड़ा गर्म आ, अग लवाउण वाला, अग ते बिठाउण वाला बड़ा गर्म आ। जे उत्थे ठंडा है तां केवल तत्ती तवी ते बैठण वाला ठंडा गा। ते ये गुण किहदे च आ? रब च। ये गुण लैता किने आ? गुरु अर्जन साहब महाराज ने। ते ओही गुण अज दी विचार जिहड़ी इदों पहलां आपां सुन ली ना, इहदे विच गुण सानू गुरु साहब ने दिखाते। हवा मिट्टी पानी अग आकाश दे गुण अपने जीवन च ग्रहण कर। मिट्टी दा की गुण आ, हवा दा की गुण आ, पानी दा की गुण आ, अग दा की गुण आ, ते आकाश दा की गुण आ। ਜਦੋਂ ਗੁਣਾਂ ਦੇ ਵਿੱਚੋਂ ਸਿੱਖਿਆ ਲੈ ਲਈ ਨਾ, ਫਿਰ ਤੂੰ ਕਹੇਂਗਾ ਰੱਬ ਬਹੁਤ ਸੋਹਣਾ, ਰੱਬ ਬੜਾ ਸਿਆਣਾ। ਪਰ ਇੱਥੇ ਗੁਰੂ ਸਾਹਿਬ ਨੇ ਕੀ ਦੱਸਿਆ ਰੱਬ ਦਾ ਗੁਣ? ਉਹ ਪਰਮਾਤਮਾ ਅੱਗ ਦੇ ਵਿੱਚ ਰਹਿੰਦਿਆਂ ਹੋਇਆਂ ਠੰਡਾ ਹੈ ਭਾਈ। ਗੁਰੂ ਨਾਨਕ ਸਾਹਿਬ ਨੇ ਬਾਣੀ ਸ਼ਬਦ ਉਚਾਰਨ ਕੀਤਾ, ਗੁਰਦਾਤਾ ਗੁਰ ਹਿਵੈ ਘਰ। ਗੁਰਦਾਤਾ ਗੁਰ ਹਿਵੈ ਘਰ। ਹਿਵੈ ਤੋਂ ਪਾ ਬਰਫ, ਉਹ ਤਾਂ ਗੁਰੂ ਮੇਰਾ ਨਾ ਬਹੁਤ ਠੰਡਾ। ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ। ਅਮਰ ਪਦਾਰਥ ਨਾਨਕਾ ਮਨ ਮਾਨਿਆ। ਗੱਲ ਤਾਂ ਇੱਥੇ ਆ ਕੇ ਨਿਬੜਨੀ ਆ, ਮਨ ਮੰਨ ਜਾਵੇ। ਮਨ ਮਾਨਿਆ ਸੁਖ ਹੋਏ। ਸੁਖ ਕਾਸ ਵਿੱਚ ਆ? ਗੁਰੂ ਦੀ ਗੱਲ ਮੰਨਣ ਵਿੱਚ ਆ।
होर किसी काम विच सुख नहीं है। फिर पातशाह जी इत्थे दसदे ने, प्रभ पेखत जीवा, मैं जदों अजिहे गुरु दा दीदार कीता ना अपनी सुरत दी अख नाल, आ दुनियावी अखां नाल नहीं, सुरत दी अख नाल जदों गुरु दा दीदार कीता ना, तां फिर की आ, मेरा मन ठंडा ठार हो गया। तन ठंडा तां हुंदा, मन ठंडा नहीं हुंदा अपना। मन ठंडा होना, दिमाग बिल्कुल जिन्हों आपां कहने फ्रैश हो जाए, साफ हो जाए, दे विच कोई किसी तरह का ख्याल ना आवे, उन्होंने कहंदे ठंडा होना, शांत हो जाना। कई बार कोई बंदा बोलदा होवे ना, लड़दा होवे, सियाणे आगू जां पंचायत मैंबर कह लो, पंचायत कह लो, जो 5-10 बंदे की मीट कही है ना, कमेटी गई है कोई, वो की कहते हैं, भाई तू शांत हो, कोई ना तू शांत हो, चुप, बस चुप हो जा। चुप होना, शांत होना, शांत होना, ठंडा होना। हुण गुरु साहब ये नहीं भी साडे दिमाग च कोई बर्फ का डला धर दिंदे ने, इदां नहीं। ठंडा किवें करदे ने, उहदे दिमाग विच गलत ख्याल ही नहीं आउंदा। पंजवें पातशाह ठंडे क्यों ने? क्योंकि उन्हां दिमाग विच जिहड़े अग मचा रहे ने, जिहड़े अग ला रहे ने, जिहड़े अग लवा रहे ने, जिहड़े तत्ती लोह ते बहा रहे ने, उन्हां दे परथाए कोई बुरा ख्याल ही नहीं आया। तेरा कीया मीठा लग गया। इस करके शांति दे पुंज, बर्फ दे पुंज, ठंड दे पुंज उन्हां नूं कहा जांदा। आपां सारे कहने ना, गुरु अर्जन साहब महाराज शांति दे पुंज, पुंज तो भाव पूंजी, बहुत वड्डा खजाना इत्थे रब नूं कहा गा। परमात्मा बहुत वड्डा शांति दा खजाना। जे असीं उहदे कोले आ जाईए ना दिल दे विचों, ते ओह साडे दिमाग नूं ठंडा कर दिंदा, साडे दिमाग नूं शांत कर दिंदा। फिर दिमाग विच रौला नहीं पैंदा, दिमाग रौले तो मुक्त हो जांदा, दिमाग रौले रप्पे तो मुक्त हो जाता, दिमाग लड़ाई तो मुक्त हो जाता। नहीं चेता रखो, साडे दिमाग च ना लड़ाई चलती आ 24 घंटे, सुत्ते पियां दी भी चलती आ, तुरदे फिरदे दे दिमाग च लड़ाई चलती आ, ते बैठियां दे दिमाग च भी लड़ाई चलती आ। गुरु कोले आ गए ना, गुरु कोले आया होयां दे दिमाग विच भी लड़ाई चलती आ। ताइयों दिमाग साडा इउं कह सकते आ ठंडा नहीं हो सकिया अजे तक, अग नाल चंदरा भरिया पिया, बुरे ख्याल अग। फिर पातशाह ने लिखिया कि सी प्रभ पेखत जीवा, अगे लिखिया गा ठंडी थीवा तिस जेवड़ अवर ना कोई। मेरे वाहिगुरु जी ने ऐसी मेरे ते कृपा कीती, ओदे वर्गा होर कोई नहीं है। उन्हें मेरे मन दे विच, मेरे दिमाग दे विच ठंड पा दिती है। आद अंत मद प्रभ रविया, आद मुੱਢ तो पिछे तो, मद विचकार, आद मद अंत लास्ट वाला समा, ਉਹ ਤਿੰਨੇ ਸਮਿਆਂ ਦੇ ਵਿੱਚ ਸਾਡੇ ਨਾਲ ਹੈ। ਜਿਹਦੇ ਗੁਣ ਅੱਜ ਆਪਾਂ ਵੇਖੇ ਆ ਨਾ, ਜਿਹਦੇ ਅੱਜ ਦੇ ਸ਼ਬਦ ਵਿੱਚ ਤਿੰਨੇ ਸਮਿਆਂ 'ਚ ਉਹ ਨਾਲ ਹੈ। ਮੁੱਢ ਤੋਂ, ਵਿਚਕਾਰਲੇ ਸਮੇਂ 'ਚ ਤੇ ਅੰਤ ਵਾਲੇ ਸਮੇਂ 'ਚ ਉਹ ਦੂਰ ਨਹੀਂ ਆਂਦਾਗਾ। ਉਹ ਹਰ ਟਾਈਮ ਹਰ ਜੀਵ ਦੇ ਵਿੱਚ ਹੀ ਸਮਾਇਆ ਹੋਇਆ ਹੈਗਾ। फिर पातशाह जिक्र करते ने, जल थल महीअल सोई, वो तो जल विच, थल विच, महीअल आकाश विच, सारे थावां ते समाया होया गा। ते वो समाए हुए परमात्मा दे विच असीं समाउणा गा। वो समाए हुए परमात्मा वर्गा जीवन असीं बनाउणा गा। कहंदे ना एक रब्बी प्यारा सी, कहंदे उन्हें अपने विद्यार्थियों नूं कहा, कहंदा बच्चों इउं करो, खुले डुले कहंदा बैठ के जिथे तुसीं उस परमात्मा दा रूप हो जावो, अजिहे घर तैयार करो, मकान तैयार करो, झोंपड़ियां तैयार करो। हुण जिन्ने उहदे कोले बच्चे ने 5 10 20 सारिਆਂ ने अपने उस गुरु की गल नूं सुन के झोंपड़ियां तैयार कर लिया। पर लफज की ने, जिथे खुले डुले होवो, आकाश वर्गी जिंदगी होवे, जिथे आकाश वर्गी जिंदगी होवे, अजिही थां बना के, अजिहा मकान बना के ते ओ जिंदगी जिउण दा तरीका लभो। हुण सारिਆਂ ने झोंपड़ियां बना लिया आपो अपनी मनपसंद दियां, मैं आ बना ली, मैं वो बना ली, मैं दूजी बना ली, तीजी बना ली, इदां बना लिया ना। पर जिहड़ा एक सी सारिਆਂ दे विचों उन्हें झोपड़ी बनाई नहीं।
ਦੂਜੇ ਵਿਦਿਆਰਥੀਆਂ ਨੇ ਸੋਚਿਆ ਵੀ ਚਲੋ ਇਹਨੂੰ ਟੀਚਰ ਝਿੜਕੂਗਾ, ਲੜੂਗਾ, ਆਪਾਂ ਇਹਦੀ ਵਿਚਾਰੀ ਦੀ ਝੌਂਪੜੀ ਤਿਆਰ ਕਰ ਦੇਣਾ। ਉਹਨੇ ਰਲ ਕੇ ਨਾ ਉਹਦੀ ਵੀ ਕੱਖਾਂ ਕਾਨਿਆਂ ਦੀ ਵੱਡੀ ਸਾਰੀ ਝੌਂਪੜੀ ਬਣਾ ਦਿੱਤੀ। ਇਹਦੇ ਵਿੱਚ ਬੈਠ ਕੇ ਬੰਦਗੀ ਕਰੀ, ਤੂੰ ਖੁੱਲੀ ਡੁੱਲੀ ਜ਼ਿੰਦਗੀ ਇਹਦੇ ਵਿੱਚ ਬੈਠ ਕੇ ਜਿਉਈ, ਆਕਾਸ਼ ਵਰਗੀ ਜ਼ਿੰਦਗੀ। ਉਹਨਾਂ ਨੇ ਝੌਂਪੜੀ ਬਣਾ ਦਿੱਤੀ। ਜਿਹੜੇ ਨੇ ਝੌਂਪੜੀ ਨਹੀਂ ਸੀ ਬਣਾਈ, ਉਹਨੇ ਕੁਝ ਟਾਈਮ ਬਾਅਦ ਉਹ ਝੌਂਪੜੀ ਢਾਹ ਦਿੱਤੀ, ਤੋੜਤੀ। ਅੱਛਾ, ਪਹਿਲਾਂ ਵੀ ਉਹਨਾਂ ਨੇ ਲਫ਼ਜ਼ ਵਰਤਿਆ ਸੀ, ਕਹਿੰਦੇ ਕਮਲਾ ਆਲਸੀ ਆ, ਨਕੰਮਾ, ਇਹਨੂੰ ਝੌਂਪੜੀ ਬਣਾਉਣ ਦਾ ਤਰੀਕਾ ਕੋਈ ਨਹੀਂ, ਲੱਕੜ ਬਾਲਣ ਇਕੱਠਾ ਕਰਨ ਦਾ, ਘਾਹ ਫੂਸ ਇਕੱਠਾ ਕਰਨ ਦਾ ਇਹਦੇ ਕੋਲੇ ਹਿੰਮਤ ਕੋਈ ਨਹੀਂ ਹੈ। ਪਹਿਲਾਂ ਵੀ ਲੜੇ ਨਾ। ਝੌਂਪੜੀ ਜਦੋਂ ਢਾਹ ਦਿੱਤੀ ਬਣੀ ਹੋਈ, ਫਿਰ ਵੀ ਲੜੇ। ਕਹਿੰਦੇ ਜੀ ਆਪਾਂ ਸ਼ਿਕਾਇਤ ਕਰਾਂਗੇ, ਪਵਾਵਾਂਗੇ ਡੰਡੇ ਦੇ। ਇਹਨੇ ਬਣਾਈ ਨਹੀਂ, ਆਪਾਂ ਤਰਸ ਕੀਤਾ, ਬਣਾਤੀ, ਇਹਨੇ ਬਣੀ ਹੋਈ ਵੀ ਢਾਤੀ। ਚਲੋ ਆਪਣੀਆਂ ਝੌਂਪੜੀਆਂ ਬਣਾ ਕੇ ਤੇ ਟੀਚਰ ਕੋਲੇ ਚਲੇ ਗਏ, ਉਹ ਵੀ ਨਾਲ ਹੀ ਵਗ ਗਿਆ। ਸਭ ਤੋਂ ਪਹਿਲਾਂ ਤਾਂ ਜਾ ਕੇ ਸ਼ਿਕਾਇਤ ਕੀਤੀ। ਕਹਿੰਦੇ ਵੇਖੋ ਜੀ, ਅਸੀਂ ਝੌਂਪੜੀਆਂ ਬਣਾ ਲਈਆਂ, ਪਰ ਆ ਜਿਹੜਾ ਵਿਅਕਤੀ ਹੈ ਨਾ, ਆ ਬੱਚਾ ਗਾ, ਇਹਨੇ ਝੌਂਪੜੀ ਬਣਾਈ ਨਹੀਂ। ਅਸੀਂ ਤਰਸ ਕੀਤਾ, ਅਸੀਂ ਰਲ ਕੇ ਦੀ ਝੌਂਪੜੀ ਬਣਾਤੀ, ਫਿਰ ਇਹਨੇ ਬਣੀ ਹੋਈ ਵੀ ਢਾਤੀ, ਤੋੜਤੀ। ਤੇ ਇਹਨੂੰ ਸਜ਼ਾ ਦਿਓ ਤੁਸੀਂ। ਕਿਉਂ? ਕਿਉਂਕਿ ਪਹਿਲਾਂ ਬਣਾਈ ਨਹੀਂ, ਫਿਰ ਬਣੀ ਹੋਈ ਢਾਤੀ, ਡਬਲ ਸਜ਼ਾ ਹੋ ਗਈ। ਉਹ ਜਿਹੜਾ ਉਸਤਾਦ ਸੀ ਨਾ, ਗੁਰੂ ਸੀ ਉਹਨਾਂ ਦਾ, ਉਹ ਮੁਸਕਰਾ ਪਿਆ, ਹੱਸ ਪਿਆ। ਜਦੋਂ ਮੁਸਕਰਾ ਪਿਆ ਨਾ, ਹੱਸ ਪਿਆ, ਸਾਰੇ ਵਿਦਿਆਰਥੀ ਚੁੱਪ ਵੀ। ਹੱਸਿਆ ਕਿਉਂ? ਹੱਸਣ ਦਾ ਕਾਰਨ, ਵਜ੍ਹਾ ਕੀ ਆ? ਫਿਰ ਅੱਗੇ ਟੀਚਰ ਬੋਲਦਾ, ਜਿਨ੍ਹਾਂ ਨੇ ਝੌਂਪੜੀਆਂ ਬਣਾਈਆਂ ਨੇ ਹੱਥ ਖੜੇ ਕਰੋ। ਸਾਰਿਆਂ ਨੇ ਵੱਧ ਕੇ ਹੱਥ ਖੜੇ ਕੀਤੇ। ਢੈਂਦੀ ਕਲਾ ਚ ਇਦਾਂ ਹੱਥ ਨਹੀਂ, ਉੱਚੀ ਹੱਥ ਖੜੇ ਕੀਤੇ ਪੂਰੇ, ਇੱਕ ਦੂਜੇ ਤੋਂ ਵੱਧ ਕੇ। ਜਿਨ੍ਹਾਂ ਨੇ ਹੱਥ ਖੜੇ ਕੀਤੇ ਨੇ, ਇਹਦੇ ਵਿੱਚ ਕੋਈ ਇਦਾਂ ਦਾ ਤਾਂ ਹੈ ਹੀ ਨਹੀਂ ਵੀ ਜਿਹਨੇ ਝੌਂਪੜੀ ਨਾ ਬਣਾਈ ਹੋਵੇ। ਇੱਕੋ ਹੀ ਆ ਜਿਹਨੇ ਝੌਂਪੜੀ ਬਣਾਈ ਨਹੀਂ ਸੀ, ਤੇ ਜਿਹਦੀ ਤੁਸੀਂ ਝੌਂਪੜੀ ਬਣਾਈ, ਉਹਨੇ ਆਪਣੀ ਦੁਬਾਰਾ ਝੌਂਪੜੀ ਢਾਹ ਦਿੱਤੀ। ਹਾਂ ਵੀ ਤੂੰ ਨਹੀਂ ਝੌਂਪੜੀ ਬਣਾਈ। ਉਹ ਵਿਦਿਆਰਥੀ ਵੀ ਚੁੱਪ ਆ। ਤੇ ਹੁਣ ਟੀਚਰ ਨੇ ਅਗਲੀ ਗੱਲ ਪਤਾ ਕੀ ਕਹਿਤੀ ਨਾਲ ਹੀ? ਕਹਿੰਦਾ ਜਿਨ੍ਹਾਂ ਨੇ ਝੌਂਪੜੀਆਂ ਬਣਾਈਆਂ ਉਹ ਸਾਰੇ ਫੇਲ ਨੇ, ਜਿਹਨੇ ਝੌਂਪੜੀ ਨਹੀਂ ਬਣਾਈ ਉਹ ਪਾਸ ਹੈ। ਹੁਣ ਇੱਥੇ ਸਾਰੇ ਹੈਰਾਨ ਹੋ ਗਏ ਵੀ ਕਮਾਲ ਦੀ ਗੱਲ ਆ, ਆਪ ਹੀ ਕਿਹਾ ਸੀ ਤੇ ਆਪ ਹੀ ਸਾਨੂੰ ਫੇਲ ਕਰ ਦਿੱਤਾ। ਉਸਤਾਦ ਜੀ, ਸਾਡੇ ਸਮਝ ਵਿੱਚ ਗੱਲ ਨਹੀਂ ਆਈ, ਸਾਨੂੰ ਸਮਝਾਓ। ਹੁਣ ਉਸਤਾਦ ਦੇ ਬੋਲ ਕੀ ਸੀ? ਬੋਲ ਇਹ ਸੀ, ਜਿੱਥੇ ਤੁਸੀਂ ਬੈਠ ਕੇ ਆਕਾਸ਼ ਵਰਗੀ ਜ਼ਿੰਦਗੀ ਜਿਉਵੋ ਤੇ ਆਕਾਸ਼ ਵਰਗੀ ਜ਼ਿੰਦਗੀ ਜਿਉਂਦੇ ਹੋਏ ਤੇ ਪ੍ਰਮਾਤਮਾ ਦੀ ਬੰਦਗੀ ਕਰ ਸਕੋ, ਉਹ ਜਗ੍ਹਾ ਤਿਆਰ ਕਰੋ। ਤੁਸੀਂ ਸਾਰਿਆਂ ਨੇ ਛੱਤ ਵੀ ਪਾਈ ਆ, ਕੰਧਾਂ ਵੀ ਕੱਢੀਆਂ, ਘਾਹ ਫੂਸ ਦੀਆਂ, ਝੌਂਪੜੀਆਂ ਬਣਾ ਲਈਆਂ, ਜਿਹਨੂੰ ਆਪਾਂ ਕਹਿ ਲਈਏ ਆਪਣੀ ਭਾਸ਼ਾ 'ਚ ਛੋਟੇ ਛੋਟੇ ਘੋਰਨੇ ਬਣਾ ਲਏ। ਇਹਨਾਂ ਘੋਰਨਿਆਂ ਵਿੱਚ ਆਕਾਸ਼ ਵਰਗੀ ਜ਼ਿੰਦਗੀ ਕਦੇ ਨਹੀਂ ਜਿਉਂ ਜਾਂਦੀ। ਆਕਾਸ਼ ਵਰਗੀ ਜ਼ਿੰਦਗੀ ਜਿਉਣ ਦੇ ਲਈ ਆਕਾਸ਼ ਹੀ ਸਭ ਤੋਂ ਵੱਡਾ ਮਕਾਨ ਹੈ। ਆਕਾਸ਼ ਹੀ ਸਭ ਤੋਂ ਵੱਡੀ ਸੱਤ ਹੈ ਤੇ ਆਕਾਸ਼ ਦੀ ਸੱਤ ਥੱਲੇ ਜ਼ਿੰਦਗੀ ਜਿਉਣੀ ਆ। ਇਹ ਉਹ ਵਿਦਿਆਰਥੀ ਹੈ ਜਿਹੜਾ ਪਾਸ ਹੋਇਆ, ਜਿਹਦੇ ਅੰਦਰ ਦੇ ਖਿਆਲ ਨੇ, ਜਿਹਦੇ ਅੰਦਰ ਦੀ ਭਾਵਨਾ। ਆਕਾਸ਼ ਵਰਗੀ ਜ਼ਿੰਦਗੀ ਜਿਉਣ ਦੇ ਲਈ ਆਕਾਸ਼ ਵਰਗੇ ਬਣਨਾ ਪਵੇਗਾ। ਉੱਥੇ ਹੱਦਾਂ ਬਣਾਉਣੀਆਂ ਨਹੀਂ, ਹੱਦਾਂ ਤੋੜਨੀਆਂ ਪੈਣਗੀਆਂ। ਇਹ ਗੱਲ ਕਹੀ ਹੈ ਨਾ। ਹੁਣ ਚਲੋ ਮੰਨ ਲਓ ਇਹ ਚਾਹੇ ਸ਼ਬਦ ਅੱਜ ਦਾ, ਜਿਹੜੀ ਗੱਲ ਗੁਰੂ ਸਾਹਿਬ ਨੇ ਸਾਨੂੰ ਸਮਝਾਤੀ, ਆਕਾਸ਼ ਵਰਗੀ ਜ਼ਿੰਦਗੀ ਜਿਉਣ ਦੇ ਲਈ ਆਕਾਸ਼ ਵਰਗੇ ਬਣਨਾ ਪਊ, ਹੱਦਾਂ ਬਣਾਉਣੀਆਂ ਨਹੀਂ, ਹੱਦਾਂ ਤੋੜਨੀਆਂ ਪੈਣਗੀਆਂ। ਪਰ ਅੱਜ ਦੇ ਹਾਲਾਤ ਹੱਦਾਂ ਬਣ ਰਹੀਆਂ ਨੇ ਕਿ ਹੱਦਾਂ ਟੁੱਟ ਰਹੀਆਂ ਨੇ? ਅੱਜ ਦੇ ਹਾਲਾਤ ਕੀ ਨੇ? ਹੱਦਾਂ ਬਣ ਰਹੀਆਂ ਨੇ ਕਿ ਹੱਦਾਂ ਟੁੱਟ ਰਹੀਆਂ ਨੇ? ਮੇਰੇ ਖਿਆਲ ਮੁਤਾਬਕ ਤਾਂ ਇਉਂ ਲੱਗਦਾ ਵੀ ਹੱਦਾਂ ਬਣ ਰਹੀਆਂ ਨੇ, ਟੁੱਟਦੀਆਂ ਨਹੀਂ। ਆ ਮੇਰੀ ਹੱਦ, ਆ ਮੇਰਾ ਘਰ, ਆ ਮੇਰੀ ਪੱਤੀ, ਉਹ ਤੇਰਾ ਘਰ, ਉਹ ਤੇਰੀ ਪੱਤੀ। ਵਾਹਿਗੁਰੂ ਭਲਾ ਕਰੇ। ਜਿੱਥੇ ਵੇਖਣ ਨੂੰ ਮਿਲਦਾ ਨਾ, ਸ਼ਾਇਦ ਇਹ ਮਿਲਦਾਗਾ ਆਪਸ ਵਿੱਚ ਘਰਾਂ 'ਚ ਵੀ ਹੱਦਾਂ ਬਣ ਗਈਆਂ, ਮੁਹੱਲਿਆਂ 'ਚ ਵੀ ਹੱਦਾਂ ਬਣ ਗਈਆਂ, ਪੱਤੀਆਂ 'ਚ ਵੀ ਹੱਦਾਂ ਬਣ ਗਈਆਂ। ਮਾਫ ਕਰਨਾ ਮੇਰਾ, ਉਹ ਇਦਾਂ ਦੀ ਗੱਲ ਨਹੀਂ ਵੀ ਆਪਾਂ ਉਦਾਂ ਵਿਚਾਰ ਕਰਦੇ ਆਂਗੇ। ਮੇਰੇ ਕਹਿਣ ਤੋਂ ਭਾਵ ਗੁਰਦੁਆਰਿਆਂ ਵਿੱਚ ਵੀ ਹੱਦਾਂ ਬਣ ਗਈਆਂ। ਉਹ ਫਲਾਨਿਆਂ ਦਾ ਗੁਰਦੁਆਰਾ, ਉਹ ਫਲਾਨਿਆਂ ਦਾ, ਉਹ ਫਲਾਨਿਆਂ ਦਾ, ਉਹ ਫਲਾਨਿਆਂ ਦਾ ਮੰਦਿਰ ਹੈ, ਉਹ ਫਲਾਨਿਆਂ ਦਾ ਮੰਦਿਰ ਆ, ਉਹ ਫਲਾਨਿਆਂ ਦਾ ਮੰਦਿਰ ਆ। ਚੇਤਾ ਨਿਗਾਹ ਮਾਰ ਕੇ ਵੇਖਿਓ।
ਜਿਹੜਾ ਉੱਚ ਜਾਤੀ ਆ ਨਾ ਉਹਦਾ ਮੰਦਰ ਵੱਡਾ। ਆਪਣੇ ਦੂਰ ਨਾ ਜਾਓ, ਨੇੜੀ ਪਿੰਡ ਆ ਇੱਕ, ਉੱਥੇ ਕਈ ਕਿਸਮਾਂ ਦੇ ਮੰਦਰ ਬਣੇ ਵੇ, ਮੈਂ ਖੁਦ ਜਾ ਕੇ ਵੇਖ ਕੇ ਆਇਆ। ਆਹ ਮੰਦਰ ਇਹ ਬ੍ਰਾਹਮਣਾਂ ਦਾ, ਇਹ ਸਾਡੇ ਪਿੰਡ ਦੇ ਨਾ ਉੱਚੇ ਤੇ ਤਕੜੇ ਬ੍ਰਾਹਮਣ ਨੇ, ਉਹਨਾਂ ਦਾ ਮੰਦਰ ਆ ਭਾਈ ਇਹ। ਆਹਾ ਇਹ ਥੋੜਾ ਜਿਹਾ ਨੀਵਾਂ ਸੀ, ਇਹ ਕਿਹਦਾ? ਇਹ 2 ਨੰਬਰ ਦੀ ਕੁਆਲਿਟੀ ਦੇ ਬ੍ਰਾਹਮਣ ਨੇ, ਇਹ ਉਹਨਾਂ ਦਾ ਨੰਬਰ ਆ। ਆਹਾ ਇਹ ਛੋਟੀਆਂ ਕਾਸਟਾਂ ਦੇ ਲੋਕ ਨੇ, ਉਹਨਾਂ ਦਾ ਮੰਦਰ ਆ। ਉਹ ਕਿੱਡਾ ਕਾ? ਉਹ ਤਾਂ ਨਿੱਕਾ ਜਿਹੀ ਜਮੀ ਜਿੱਡਾ ਕਬੂਤਰਾਂ ਦਾ ਖੁੱਡਾ ਹੁੰਦਾ ਗਾ। ਇਹ ਕਹਿੰਦੇ ਉਹਨਾਂ ਦਾ ਮੰਦਰ ਹੈਗਾ। ਹੁਣ ਹੱਦਾਂ ਬਣ ਗਈਆਂ ਕਿ ਟੁੱਟੀਆਂ ਨੇ? ਆਪਾਂ ਆਪ ਅੰਦਾਜ਼ਾ ਲਾਓ। ਗੁਰਦੁਆਰੇ ਬਣ ਗਏ ਜਿੰਨੇ ਵੱਧ, ਹੱਦਾਂ ਬਣੀਆਂ ਕਿ ਟੁੱਟੀਆਂ, ਅੰਦਾਜ਼ਾ ਲਾਓ। ਕਿੰਨੀਆਂ ਟਕਸਾਲਾਂ ਨੇ, ਕਿੰਨੇ ਮਤਲਬ ਕਿ ਰੌਲੇ ਰੱਪੇ ਪੈ ਗਏ। ਉਹ ਜਿਹੜੀ ਗੱਲ ਉਸਤਾਦ ਨੇ ਕਹੀ ਆ ਉਸ ਦੇ ਮੁਤਾਬਕ ਹੱਦ ਬਣੀ ਆ ਕਿ ਟੁੱਟੀ ਆ। ਬਸ ਅੱਜ ਦੀ ਵਿਚਾਰ ਗੁਰੂ ਸਾਹਿਬ ਨੇ ਦੱਸੀ ਹੈ ਸਾਨੂੰ, ਆਪਣੀ ਜ਼ਿੰਦਗੀ ਆਕਾਸ਼ ਵਰਗੀ ਜਿਉਇਆ ਕਰ, ਆਪਣੀ ਜ਼ਿੰਦਗੀ ਪਾਣੀ ਤੋਂ ਸਿੱਖਿਆ ਲੈ ਕੇ ਜਿਉਇਆ ਕਰ। ਉਹ ਪਾਣੀ ਦੀ ਸਿੱਖਿਆ ਕੀ ਹੈ? ਮੈਂ 5 ਗੁਣਾਂ ਦੀ ਦੁਬਾਰਾ ਫਿਰ ਗੱਲ ਨੂੰ ਰਿਪੀਟ ਕਰ ਦਾਂਗਾ। ਮਿੱਟੀ ਦਾ ਗੁਣ, ਇਹ ਕਿਸੇ ਨਾਲ ਵਿਤਕਰਾ ਨਹੀਂ ਕਰਦੀ, ਕਿਸੇ ਨਾਲ ਵੀ। ਦੂਜੀ ਗੱਲ, ਇਸ ਮਿੱਟੀ ਤੇ ਕੋਈ ਪੌਦੇ ਲਾਵੇ, ਭਾਵੇਂ ਇਸ ਮਿੱਟੀ ਤੇ ਕੋਈ ਗੰਦ ਪਾਵੇ, ਇਹ ਫਿਰ ਵੀ ਨਹੀਂ ਵਿਤਕਰਾ ਕਰਦੀ, ਜਰ ਲੈਂਦੀ ਆ। ਇਹ ਮਿੱਟੀ ਸਭ ਦੇ ਸਿਰ ਤੇ ਨਹੀਂ, ਇਹ ਸਭ ਦੇ ਪੈਰਾਂ ਥੱਲੇ ਆ। ਸਭ ਦੇ ਪੈਰਾਂ ਥੱਲੇ ਨਾ ਇਹ ਜਰ ਲੈਂਦੀ ਆ। ਇਹਨੂੰ ਤਕੜੇ ਮਾੜੇ ਸਭ ਲਤੜ ਰਹੇ ਨੇਗੇ, ਇਹ ਜਰਦੀ ਆ। ਕਹਿੰਦੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਨਾ। ਹੁਣ ਅਗਲਾ ਗੁਣ, ਇਹਦੇ ਚ ਜਰਨ ਸ਼ਕਤੀ ਬਹੁਤ ਆ। ਅਗਲਾ ਗੁਣ ਕੀ ਆ? ਪਾਣੀ ਦਾ। ਵਾਹਿਗੁਰੂ ਪਾਣੀ ਦੇ ਪ੍ਰਥਾ ਬਾਣੀ ਨੇ ਵੀ ਦੱਸਿਆ, ਪਹਿਲਾਂ ਪਾਣੀ ਜੀਓ ਹੈ, ਪਾਣੀ ਤੋਂ ਬਿਨਾਂ ਸਭ ਮਰ ਜਾਂਦੇ ਨੇ, ਮਰ ਜਾਂਦੇ ਨਾ। ਤੇ ਪਾਣੀ ਦਾ ਗੁਣ ਕੀ ਆ? ਪਾਣੀ ਦੂਜਿਆਂ ਦੀ ਮੈਲ ਧੋ ਕੇ, ਮੈਲ ਉਤਾਰ ਕੇ ਆਪ ਫਿਰ ਵੀ ਸ਼ੁੱਧ ਹੈ। ਵਾਪਸੀ ਕਰਨ ਹੁੰਦਾ ਨਾ, ਬੱਦਲ ਬਣਦੇ ਨੇ, ਬੱਦਲ ਬਣ ਕੇ ਮੀਂਹ ਪੈਂਦਾ, ਮੀਂਹ ਦਾ ਪਾਣੀ ਸਭ ਤੋਂ ਸ਼ੁੱਧ ਮੰਨਦੇ ਆਪਾਂ। ਚਲੋ ਪਾਣੀ ਸਭ ਦੀ ਮੈਲ ਲਾ ਕੇ ਫਿਰ ਵੀ ਸ਼ੁੱਧ ਹੈ। ਤੇ ਇਹ ਕੰਮ ਅਸੀਂ ਨਹੀਂ ਕੀਤਾ, ਬਾਬੇ ਨਾਨਕ ਨੇ ਕੀਤਾ। ਘਰ ਘਰ ਜਾ ਕੇ ਲੋਕਾਂ ਦੀ ਮੈਲ ਲਾਹੀ ਆ। ਪਾਣੀ ਮੈਲ ਲਾਉਂਦਾ ਨਾ ਫਿਰ ਵੀ ਸ਼ੁੱਧ। ਬਾਬੇ ਨਾਨਕ ਨੇ ਘਰ ਘਰ ਜਾ ਕੇ ਲੋਕਾਂ ਦੀ ਮੈਲ ਲਾਤੀ ਤੇ ਫਿਰ ਵੀ ਸ਼ੁੱਧ ਆ। ਤੇ ਅਗਲਾ ਗੁਣ ਆਪਾਂ ਨੂੰ ਪਤਾ ਹਵਾ ਦਾ। ਹਵਾ ਵੀ ਸਾਡੇ ਸਰੀਰ ਦਾ ਇੱਕ ਅਹਿਮ ਹਿੱਸਾ। ਹਵਾ ਤੋਂ ਬਿਨਾ ਸਾਡਾ ਸਰੀਰ ਖਤਮ ਹੈਗਾ। ਸਾਹ ਆਉਂਦਾ, ਸਾਹ ਜਾਂਦਾ, ਸਾਹ ਅੰਦਰ ਚਲਾ ਗਿਆ, ਬਾਹਰ ਨਾ ਆਇਆ ਤਾਂ ਵੀ ਮੌਤ ਆ। ਬਾਹਰਲਾ ਸਾਹ ਅੰਦਰ ਨਾ ਗਿਆ, ਹਵਾ ਨਾ ਅੰਦਰ ਗਈ ਤਾਂ ਵੀ ਮੌਤ ਹੈ। ਹਵਾ ਤੋਂ ਬਿਨਾ ਸਾਡੀ ਮੌਤ ਆ ਨਾ। ਬਸ ਸਾਡਾ ਜੀਵਨ ਵੀ ਐਸਾ ਬਣ ਜਾਵੇ, ਅਸੀਂ ਮਰੀਏ ਤਾਂ ਲੋਕ ਕਹਿਣ ਜੇ ਤੂੰ ਮਰ ਗਿਆ ਨਾ, ਏਦਾਂ ਵਧੀਆ ਸੁਭਾਅ ਬਣ ਜਾਵੇ ਤਾਂ ਸਾਡੀ ਮੌਤ ਹੈ। ਕਈ ਵਾਰ ਆਪਾਂ ਪਰਿਵਾਰਾਂ 'ਚ ਗੱਲ ਕਰਦੇ ਨਾ, ਆ ਸਾਡਾ ਬਾਪ, ਆ ਸਾਡੀ ਮਾਤਾ, ਤਾਂ ਸਾਡੇ ਘਰ ਦਾ ਇੱਕ ਕਰਮ ਆ, ਬਹੁਤ ਵੱਡਾ ਕਰਮ ਆ। ਜੇ ਇਹ ਖਤਮ ਹੋ ਗਿਆ ਨਾ, ਸਾਡਾ ਘਰ ਖਤਮ ਹੋ ਜਾਊਗਾ। ਭਾਵਨਾ ਇਹ ਬਣ ਜਾਵੇ, ਗੁਰੂ ਨਾਨਕ ਸਾਹਿਬ ਵਰਗਾ ਜੀਵਨ, ਗੁਰੂ ਨਾਨਕ ਸਾਹਿਬ ਤੁਸੀਂ ਚਲੇ ਗਏ ਨਾ ਤਾਂ ਅਸੀਂ ਵੀ ਖਤਮ ਹੋ ਜਾਵਾਂਗੇ। ਆਖਾਂ ਜੀਵਾਂ ਬਿਸਰਿਆ ਮਰ ਜਾਊਂ, ਆਪਣਾ ਜੀਵਨ ਹਵਾ ਤੋਂ ਗੁਣ ਸਿੱਖ ਲਵੇ। ਬਸ ਅਗਲਾ ਗੱਲ ਸੀ, ਅਗਲੀ ਗੱਲ ਅੱਗ ਦੀ। ਤੇ ਅੱਗ ਕੰਟਰੋਲ 'ਚ ਰਹਿੰਦੀ ਆ, ਕਿੰਨੇ ਕੰਮ ਕਰਦੀ ਆ। ਹਵਾਈ ਜਹਾਜ਼ ਅੱਗ ਦੇ ਸਿਰ ਤੇ ਭਜਦੇ ਨੇ, ਇੱਕ ਦੇਸ਼ ਤੋਂ ਦੂਜੇ ਦੇਸ਼ ਤੇ ਘੰਟਿਆਂ ਬੱਧੀ ਜਾ ਵੜਦੇ ਆ। ਅੱਗ ਸਾਰੇ ਭੋਜਨ ਨੂੰ ਤਿਆਰ ਕਰਦੀ ਆ। ਅੱਗ ਇੱਕ ਥਾਂ ਤੋਂ ਦੂਜੀ ਥਾਂ ਤੇ ਸਾਨੂੰ ਲੈ ਕੇ ਜਾਂਦੀ ਆ। ਕਿੰਨੇ ਕੰਮ ਕਰਦੀ ਆ ਨਾ। ਅੱਛਾ, ਜੇ ਅੱਗ ਕੰਟਰੋਲ ਤੋਂ ਬਾਹਰ ਹੋ ਜਾਵੇ ਫਿਰ ਉਹ ਪਿੰਡਾਂ ਦੇ ਪਿੰਡ, ਜੰਗਲਾਂ ਦੇ ਜੰਗਲ ਸਾੜ ਦਿੰਦੀ ਆ, ਹਨਾ। ਸਾਡੇ ਜੀਵਨ ਦੇ ਵਿੱਚ ਵੀ ਬਹੁਤ ਵੱਡੀ ਇੱਕ ਪਰਮਾਤਮਾ ਨੇ ਅਗਨ ਪਾਈ ਆ। ਸਭ ਕਾਸੇ 'ਚ ਅੱਗ ਪਾਈ ਆ, ਇੱਕ 'ਚ ਨਹੀਂ, ਸਭ ਕਿਸੇ ਅੱਗ। ਪਰ ਉਹ ਅੱਗ ਕੰਟਰੋਲ 'ਚ ਹੈ ਤਾਂ ਸਾਡਾ ਜੀਵਨ ਚੜ੍ਹਦੀ ਕਲਾ 'ਚ ਆ। ਉਹ ਅਗਨ ਖਤਮ ਹੋ ਜਾਵੇ ਤਾਂ ਵੀ ਅਸੀਂ ਖਤਮ ਆ। ਉਹ ਅੱਗ ਵੱਧ ਜਾਵੇ ਤਾਂ ਅਸੀਂ ਘਰਾਂ ਦੇ ਘਰ ਉਜਾੜ ਦਿੰਦੇ ਆ, ਜਿਹਨੂੰ ਕਹਿੰਦੇ ਨੇ ਅੰਦਰ ਦੀ ਅੱਗ ਵੱਧ ਗਈ। ਸੋ ਵਾਹਿਗੁਰੂ ਭਲਾ ਕਰੇ। ਫਿਰ ਅਗਲਾ ਗੁਣ ਆਕਾਸ਼ ਦਾ। ਆਕਾਸ਼ ਵਾਂਗੂ ਖੁੱਲ੍ਹੇ ਡੁੱਲੇ ਸਾਡੀ ਜ਼ਿੰਦਗੀ ਜਿਉਣ ਦਾ ਪੱਖ ਸਾਨੂੰ ਮਿਲਣਾ ਚਾਹੀਦਾ। ਸਾਡਾ ਜੀਵਨ ਇੰਨਾ ਕੁ ਖੁੱਲ੍ਹਾ ਡੁੱਲਾ ਹੋਵੇ, ਭਾਵ ਖੁੱਲ੍ਹੇ ਡੁੱਲੇ ਤੋਂ ਭਾਵ ਵਿਤਕਰਾ, ਹੱਦ ਕੋਈ ਨਾ ਹੋਵੇ, ਹੱਦਾਂ ਟੁੱਟੀਆਂ ਹੋਣ, ਵਿਤਕਰਾ ਟੁੱਟਿਆ ਹੋਵੇ, ਪਿਆਰ ਹੋਵੇ, ਖੁੱਲ੍ਹੀ ਡੁੱਲੀ ਜ਼ਿੰਦਗੀ ਜਿਉਣ ਦਾ ਸਾਨੂੰ ਢੰਗ ਹੋਵੇ। ਆਕਾਸ਼ ਵਾਂਗੂ, ਆਕਾਸ਼ ਵਿੱਚ ਕੋਈ ਕਿੰਨਾ ਮਰਜ਼ੀ ਭੱਜਿਆ ਫਿਰੇ, ਇਹ ਨਹੀਂ ਕਿਸੇ ਨੂੰ ਕੁਛ ਕਹਿੰਦਾ ਵੀ ਤੂੰ ਕਿਉਂ ਭੱਜਿਆ ਫਿਰਦਾ। ਕਿੰਨੀ ਮਰਜ਼ੀ ਜਗ੍ਹਾ ਰੋਕ
रोक ले, कदे नहीं कहता भी किन्नी जगह क्यों रोक ली। इदां दा साडा जीवन बन जावे। फिर गुरु साहब जी कहते तू ऑटोमैटिक ही कवेंगा वो परमात्मा बड़ा सियाणा है जिन्हें ये पंजे तत्त बनाए ने। दूजी गल ये नोट करियो भी पंजे तत्तां नूं किसी विग्यानी ने नहीं बनाया। विग्यानी ने वरत्या जरूर आ पर बनाया नहीं है। मिट्टी किसी विग्यानी ने नहीं बनाई, हवा किसी विग्यानी ने नहीं बनाई, अग किसी विग्यानी ने नहीं बनाई, पानी किसी विग्यानी ने नहीं बनाया, आकाश किसी विग्यानी ने नहीं बनाया। फिर गुरु साहब जी कहते ने वो परमात्मा सब कुछ बनाने वाला है। साचे ते पवना भया, पवना ते जल होए, जल ते त्रिभवन साजिया, घट घट जोत समोए। सच तो की पैदा होया हवा, हवा तो पानी, पानी तो अगे वाधा होया। चलो इथों तक अज दी विचार अपनी समाप्त आ। फिर गुरु साहब लास्ट विच कहते नानक सरन पूर्ण परमेश्वर तेरा अंत ना पारा वारा, तेरा अंत नहीं पाया जा सकदा। सो सब दा धन्नवाद, होईयां भुलां दी खिमा, बोलदियां तो अखर वध घट रह जांदा। गुरु ते गुरु की संगत बख्शण जोग है जी। वाहिगुरु जी का खालसा, वाहिगुरु जी की फतेह। राम कली महला तीजा, आनंद एक ओंकार, सतगुर प्रसाद।